ਗੁੱਡ ਮਾਰਨਿੰਗ ਸਟੂਡੈਂਟਸ। ਜੋ ਅੱਜ ਕੁਐਸਚਨ ਆਪਾਂ ਸੋਲਵ ਕਰਨ ਜਾ ਰਹੇ ਹਾਂ ਉਹ ਫਾਈਨਲ ਅਕਾਊਂਟ ਆਫ ਕੰਪਨੀਜ਼ ਚੈਪਟਰ ਦੇ ਵਿੱਚੋਂ ਹੈ, ਜੋ ਕਿ ਬੀਕਾਮ ਸੈਕੰਡ ਸਮੈਸਟਰ ਦੇ ਬੱਚਿਆਂ ਦੇ ਵਾਸਤੇ ਬਣਾਇਆ ਗਿਆ ਹੈ। ਇਸ ਚੈਪਟਰ ਦੇ ਵਿੱਚ ਇੱਕ ਕੁਐਸਚਨ ਹੈ ਤੁਹਾਡੇ ਕੋਲ 24 ਨੰਬਰ ਮੈਂ ਇੱਕ ਨੂਮੈਰੀਕਲ ਹੈ ਜੋ ਤੁਹਾਨੂੰ ਸੋਲਵ ਕਰਕੇ ਸ਼ੋਅ ਕਰਕੇ ਦਿਖਾਊਂਗੀ। ਬੱਚੇ ਇਸ ਕੁਐਸਚਨ ਦੇ ਵਿੱਚ ਤੁਹਾਨੂੰ ਸਾਰੇ ਤਰ੍ਹਾਂ ਦੀਆਂ ਜੋ ਐਡਜਸਟਮੈਂਟਸ ਹੁੰਦੀਆਂ ਨੇ ਉਹ ਸਭ ਗਿਵਨ ਨੇ। ਆਮ ਤੌਰ 'ਤੇ ਇਸ ਚੈਪਟਰ ਦੇ ਵਾਸਤੇ ਤੁਸੀਂ ਜੋ ਨਾਰਮਲ ਫਾਈਨਲ ਅਕਾਊਂਟ ਤੁਸੀਂ ਆਪਣੇ +2 ਕਲਾਸ ਦੇ ਵਿੱਚ ਸਿੱਖਿਆ ਸੀ, ਇਹ ਚੈਪਟਰ ਐਕਚੁਅਲ ਦੇ ਵਿੱਚ ਉਸੇ ਦਾ ਹੀ ਥੋੜ੍ਹਾ ਜਿਹਾ ਬਿਗਸਟ ਰੂਪ ਹੈ, ਵਾਈਡਸਟ ਰੂਪ ਹੈ। ਠੀਕ ਹੈ, ਇਹਦੇ ਵਿੱਚ ਕੁਝ ਜ਼ਿਆਦਾ ਖਾਸ ਚੇਂਜਸ ਨਹੀਂ ਹੈਗੀਆਂ। ਜਿਵੇਂ ਤੁਸੀਂ ਆਪਣੀ ਲਾਇਬਿਲਿਟੀ ਔਰ ਐਸੈਟ ਸਾਈਡ ਸ਼ੋਅ ਕਰਦੇ ਸੀ, ਸੇਮ ਡੀਟੋ ਇਹਦੇ ਵਿੱਚ ਵੀ ਸ਼ੋਅ ਹੋਏਗਾ, ਬਟ ਇੱਕ ਖਾਸ ਪੈਟਰਨ ਦੇ ਵਿੱਚ। ਠੀਕ ਹੈ, ਜੋ ਕੰਪਨੀਜ਼ ਐਕਟ 2013 ਦੇ ਵਿੱਚ ਜੋ ਸੈਕਸ਼ਨ ਵਾਈਜ਼ ਉਹਨਾਂ ਨੇ ਸਾਨੂੰ ਬਣਾਉਣ ਨੂੰ ਦੱਸਿਆ ਹੋਇਆ ਵੀ ਤੁਸੀਂ ਆਪਣੀ ਹੁਣ ਫਾਈਨਲ ਅਕਾਊਂਟ ਆਫ ਕੰਪਨੀਜ਼ ਇਸ ਰੂਪ ਦੇ ਵਿੱਚ ਰੈਡੀ ਕਰਨੀ ਹੈ, ਤਾਂ ਤੁਸੀਂ ਉਸ ਰੂਪ ਦੇ ਨਾਲ ਆਪਣੀ ਇਸ ਨਵੀਂ ਬੈਲੈਂਸ ਸ਼ੀਟ ਨੂੰ ਰੈਡੀ ਕਰਦੇ ਹੋ। ਠੀਕ ਹੈ, ਔਰ ਕੁਝ ਐਡਜਸਟਮੈਂਟ ਜਿਹੜੀਆਂ ਬੜੀਆਂ ਖਾਸ ਹੁੰਦੀਆਂ ਨੇ ਉਹ ਆਪਾਂ ਇਸ ਕੁਐਸਚਨ ਦੇ ਨਾਲ ਹੀ ਮੈਂ ਤੁਹਾਨੂੰ ਨਾਲ ਅੰਡਰਸਟੈਂਡ ਵੀ ਕਰਵਾਉਂਗੀ। ਕੁਝ ਐਡਜਸਟਮੈਂਟ ਜਿਨ੍ਹਾਂ ਦੇ ਵਿੱਚੋਂ ਮੈਂ ਕੁਝ ਦਾ ਨਾਮ ਲੈਂਦੀ ਹਾਂ, ਜਿਵੇਂ ਕਿ ਡਿਵੀਡੈਂਡ ਨੂੰ ਲੈ ਕੇ ਬਹੁਤ ਸਾਰੀਆਂ ਐਡਜਸਟਮੈਂਟ ਇਸ ਚੈਪਟਰ ਦੇ ਵਿੱਚ ਬੱਚਿਆਂ ਨੂੰ ਦੇਖਣ ਨੂੰ ਮਿਲੀਆਂ ਹੋਣਗੀਆਂ। ਇਹ ਬਹੁਤ ਹੀ ਆਸਾਨ ਹੈ, ਮੁਸ਼ਕਿਲ ਨਹੀਂ ਹੈ। ਤੁਹਾਡੇ ਕੋਲ ਆਮ ਤੌਰ 'ਤੇ 3 ਜਾਂ 4 ਤਰ੍ਹਾਂ ਦੇ ਹੀ ਡਿਵੀਡੈਂਡ ਆਮ ਤੌਰ 'ਤੇ ਦੇਖਣ ਨੂੰ ਮਿਲਦੇ ਨੇ। ਇੰਟੈਰਮ ਡਿਵੀਡੈਂਡ ਹੁੰਦਾ, ਫਾਈਨਲ ਡਿਵੀਡੈਂਡ ਹੁੰਦਾ, ਕਾਰਪੋਰੇਟ ਡਿਵੀਡੈਂਡ। ਟੈਕਸ ਜਿਹੜਾ ਹੁੰਦਾ ਉਹ ਡਿਵੀਡੈਂਡ ਦੇ ਉੱਪਰ ਟੈਕਸ ਹੈ। ਠੀਕ ਹੈ, ਅਲੱਗ ਤੋਂ ਡਿਵੀਡੈਂਡ ਨਹੀਂ ਹੈ। 2 ਤਰ੍ਹਾਂ ਦੇ ਜਿਹੜੇ ਡਿਵੀਡੈਂਡ ਨੇ ਉਹੀ ਆਮ ਤੌਰ 'ਤੇ ਕੁਐਸਚਨਸ ਦੇ ਵਿੱਚ ਦੇਖਣ ਨੂੰ ਮਿਲਦੇ ਨੇ, ਇੰਟੈਰਮ ਡਿਵੀਡੈਂਡ ਔਰ ਫਾਈਨਲ ਡਿਵੀਡੈਂਡ। ਇੰਟੈਰਮ ਡਿਵੀਡੈਂਡ ਹੁੰਦਾ ਹੈ ਜਿਹੜਾ ਕਿ ਇੱਕ ਫਾਈਨੈਂਸ਼ੀਅਲ ਈਅਰ ਦੇ ਪੀਰੀਅਡ ਦੇ ਡਿਊਰਿੰਗ ਪੀਰੀਅਡ ਦੇ ਦੌਰਾਨ ਦਿੱਤਾ ਜਾਂਦਾ। ਠੀਕ ਹੈ, ਇੰਟੈਰਮ ਮਤਲਬ ਅੰਦਰੂਨੀ ਜਿਹਨੂੰ ਤੁਸੀਂ ਕਹਿ ਸਕਦੇ ਹੋ। ਫਾਈਨਲ ਡਿਵੀਡੈਂਡ ਹੁੰਦਾ ਜਿਹੜਾ ਕਿ ਇੱਕ ਫਾਈਨੈਂਸ਼ੀਅਲ ਈਅਰ ਪੂਰਾ ਹੋਣ ਤੋਂ ਬਾਅਦ ਦਿੱਤਾ ਜਾਂਦਾ। ਠੀਕ ਹੈ, ਔਰ ਇਹ ਸਾਰੇ ਹੀ ਡਿਵੀਡੈਂਡ ਜਿਹੜੇ ਨੇ ਪ੍ਰੋਫਿਟ ਦੇ ਵਿੱਚੋਂ ਹੀ ਲਏ ਜਾਂਦੇ ਨੇ, ਕਿਉਂਕਿ ਕੰਪਨੀ ਦੀ ਮੇਨ ਅਰਨਿੰਗ ਪ੍ਰੋਫਿਟ ਹੀ ਹੁੰਦਾ। ਅਤੇ ਜਦੋਂ ਪ੍ਰੋਫਿਟ ਅਰਨ ਕਰਦੀ ਹੈ ਕੰਪਨੀ ਤਾਂ ਉਹਦੇ ਵਿੱਚੋਂ ਉਸਨੇ ਆਪਣੇ ਰਿਜ਼ਰਵ ਨੂੰ ਵੀ ਟਰਾਂਸਫਰ ਕਰਨਾ ਹੁੰਦਾ ਹੈ, ਆਪਣੇ ਟੈਕਸਿਸ ਨੂੰ ਵੀ ਪੇ ਕਰਨਾ ਹੁੰਦਾ ਹੈ, ਅਤੇ ਕੁਛ ਆਪਣੇ ਸ਼ੇਅਰ ਹੋਲਡਰਸ ਨੂੰ ਪ੍ਰੋਫਿਟ ਜਿਹਨੂੰ ਕਿ ਤੁਸੀਂ ਡਿਵੀਡੈਂਡ ਦਾ ਨਾਮ ਦਿੰਦੇ ਹੋ, ਇਸ ਰੂਪ ਦੇ ਵਿੱਚ ਵੀ ਉਹਨਾਂ ਨੂੰ ਪੇਮੈਂਟ ਕਰਨੀ ਹੁੰਦੀ ਹੈ। ਠੀਕ ਹੈ, ਤਾਂ ਤੁਸੀਂ ਇਸ ਕੁਐਸਚਨ ਦੇ ਜ਼ਰੀਏ ਇਸ ਟੌਪਿਕ ਨੂੰ ਬੜੇ ਅੱਛੇ ਤਰੀਕੇ ਨਾਲ ਸਮਝ ਸਕਦੇ ਹੋ। ਦੇਖੋ ਮੇਰੇ ਕੋਲ ਜੋ ਕੁਐਸਚਨ ਹੈ ਉਹਦੇ ਵਿੱਚ ਆਪਣੇ ਕੋਲ ਪਾਰਟੀਕੂਲਰਸ ਦਿੱਤੇ ਹੋਏ ਨੇ, ਡੈਬਿਟ ਔਰ ਕ੍ਰੈਡਿਟ ਸਾਈਡ ਮੈਂਸ਼ਨ ਨੇ ਦੋਨੋਂ ਸਾਈਡਸ 'ਤੇ। ਓਪਨਿੰਗ ਸਟਾਕ ਮੈਂਸ਼ਨ ਹੈ 1 ਅਪ੍ਰੈਲ 2014 ਦੇ ਨਾਮ ਦੇ ਨਾਲ। ਫਿਰ ਪਰਚੇਜ਼, ਸੇਲ, ਰਿਟਰਨਸ ਦੋਨੋਂ ਦਿੱਤੀਆਂ ਹੋਈਆਂ ਨੇ, ਸੇਲ ਰਿਟਰਨ ਔਰ ਪਰਚੇਜ਼ ਰਿਟਰਨ। ਮੈਨੂਫੈਕਚਰਿੰਗ ਐਕਸਪੈਂਸਿਸ, ਬੈਂਕ ਲੋਨ, ਆਫਿਸ ਸੈਲਰੀਜ਼, ਬਿਲਡਿੰਗ ਪਲਾਂਟ ਮਸ਼ੀਨਰੀ। ਪ੍ਰੋਵੀਜ਼ਨਸ ਦਿੱਤੀਆਂ ਨੇ ਡੈਪਰੀਸੀਏਸ਼ਨ ਦੀਆਂ ਪਿਛਲੇ ਸਾਲ ਦੀਆਂ। ਠੀਕ ਹੈ, ਜਦੋਂ ਪ੍ਰੋਵੀਜ਼ਨ ਤੁਹਾਨੂੰ ਇਸ ਤਰ੍ਹਾਂ ਟ੍ਰਾਇਲ ਬੈਲੈਂਸ 'ਚ ਦਿੱਤੀਆਂ ਹੋਣ, ਇਹ ਪਿਛਲੇ ਸਾਲ ਦੀਆਂ ਪ੍ਰੋਵੀਜ਼ਨਸ ਹੁੰਦੀਆਂ ਨੇ, ਇਹਨਾਂ ਦਾ ਧਿਆਨ ਰੱਖਣਾ। ਅਸੀਂ ਇਸ ਸਾਲ ਦੀਆਂ ਨਵੀਆਂ ਵੀ ਕੱਢਾਂਗੇ ਡੈਪਰੀਸੀਏਸ਼ਨ, ਔਰ ਪਿਛਲੇ ਸਾਲ ਵਾਲਿਆਂ ਨੂੰ ਵੀ ਰਿਕਾਰਡ ਕਰਾਂਗੇ। ਡੈਟਰਸ, ਕ੍ਰੈਡੀਟਰਸ, ਐਡਵਾਂਸ ਟੈਕਸਿਸ ਗਿਵਨ ਹੈ। ਐਡਵਾਂਸਡ ਟੈਕਸ ਜਿਹੜਾ ਹੈ ਇਹ ਐਸਿਡ ਵਾਲੀ ਚੀਜ਼ ਹੋਏਗੀ। ਠੀਕ ਹੈ, ਐਸਿਡਸ ਦੇ ਵਿੱਚ ਇੱਕ ਕਾਲਮ ਬਣਨਾ ਹੁੰਦਾ ਹੈ ਸ਼ਾਰਟ ਟਰਮ ਲੋਨ ਐਂਡ ਐਡਵਾਂਸਿਸ। ਤੁਸੀਂ ਫਾਰਮੈਟ ਦੇਖ ਚੁੱਕੇ ਹੋ, ਤੁਹਾਡੇ ਕੋਲ ਫਾਰਮੈਟ ਆਲਰੇਡੀ ਅਵੇਲੇਬਲ ਹੈ ਬੈਲੈਂਸ ਸ਼ੀਟ ਨੂੰ ਬਣਾਉਣ ਦਾ ਵੀ ਅਤੇ ਸਟੇਟਮੈਂਟ ਆਫ P&L ਬਣਾਉਣ ਦਾ ਵੀ। ਉਹਦੇ ਵਿੱਚ ਕਰੰਟ ਐਸਿਡ ਦਾ ਜਿਹੜਾ 4th ਪਾਰਟ ਹੁੰਦਾ ਸ਼ਾਰਟ ਟਰਮ ਲੋਨ ਐਡਵਾਂਸਿਸ, ਇਹ ਉਸ ਦੇ ਵਿੱਚ ਜਾਣ ਵਾਲੀ ਚੀਜ਼ ਹੈ। ਐਡਵਾਂਸ ਟੈਕਸ ਦਾ ਮਤਲਬ ਹੁੰਦਾ ਟੈਕਸ ਤੁਹਾਡੇ 'ਤੇ ਵੈਸੇ ਲਾਇਬਿਲਿਟੀ ਹੁੰਦੀ ਹੈ, ਲੇਕਿਨ ਕਈ ਵਾਰੀ ਆਪਾਂ ਜੋ ਫਾਈਨੈਂਸ਼ੀਅਲ ਈਅਰ ਚੱਲ ਰਿਹਾ ਹੈ ਇਸ ਦਾ ਟੈਕਸ ਅਗਰ ਆਪਾਂ ਆਉਣ ਵਾਲੇ ਟਾਈਮ ਦੇ ਲਈ ਐਡਵਾਂਸ ਦੇ ਵਿੱਚ ਹੀ ਭਰ ਦਈਏ ਤਾਂ ਉਹ ਸਾਡੇ ਕੋਲ ਐਜ਼ ਆ ਐਸਿਡ ਦੇ ਰੂਪ ਵਿੱਚ ਸ਼ੋਅ ਹੁੰਦਾ। ਉਹ ਸਾਡੀ ਲਾਇਬਿਲਿਟੀ ਵੀ ਤਾਂ ਸ਼ੋਅ ਨਹੀਂ ਹੋਏਗਾ, ਕਿਉਂਕਿ ਹਜੇ ਸਾਨੂੰ ਖਰਚਾ ਆਇਆ ਹੀ ਨਹੀਂ ਹੈ। ਠੀਕ ਹੈ, ਜਦੋਂ ਸਾਨੂੰ ਰਿਸਪੌਂਸਿਬਿਲਿਟੀ ਉਸ ਚੀਜ਼ ਦੀ ਮਿਲੀ ਹੀ ਨਹੀਂ ਜਿਹਨੂੰ ਅਸੀਂ ਪਹਿਲਾਂ ਪੂਰਾ ਕਰ ਦਿੱਤਾ, ਤਾਂ ਉਹ ਸਾਡੀ ਲਾਇਬਿਲਿਟੀ ਕਦੇ ਵੀ ਨਹੀਂ ਬਣੇਗੀ। ਅਤੇ ਫਿਰ ਉਸ ਤੋਂ ਅੱਗੇ ਤੁਹਾਨੂੰ ਆਡੀਟਰ ਫੀਸ, ਇੰਟੈਰਮ ਡਿਵੀਡੈਂਡ ਪੇਡ, ਕੁਛ ਪੇ ਵੀ ਕੀਤਾ ਹੋਇਆ ਇਹਨਾਂ ਨੇ ਪਿਛਲੇ ਸਾਲ ਦਾ ਇਸੇ ਸਾਲ ਦਾ। ਸਰਪਲਸ ਅਕਾਊਂਟ ਐਂਡ ਕੈਸ਼ਡ ਬੈਂਕ, ਬੈਡ ਡੈਟਸ, ਪ੍ਰੋਵੀਜ਼ਨ ਫॉर ਬੈਡ ਡੈਟਸ। ਦੇਖੋ ਬੈਡ ਡੈਟਸ ਦਾ ਪੁਆਇੰਟ ਜਿਵੇਂ ਤੁਸੀਂ ਆਪਣੇ +2 ਕਲਾਸ ਦੇ ਵਿੱਚ ਸਿੱਖਿਆ ਸੀਗਾ ਕਿ ਬੈਡ ਡੈਟਸ ਗਿਵਨ ਹੁੰਦੇ ਨੇ, ਉਹਦੇ 'ਚ ਤੁਸੀਂ ਐਡ ਕਰਦੇ ਹੋ ਫਰਦਰ ਬੈਡ ਡੈਟਸ, ਐਡ ਕਰਦੇ ਹੋ ਨਿਊ ਪ੍ਰੋਵੀਜ਼ਨ ਜੋ ਉਸ ਸਾਲ ਦੀ ਹੁੰਦੀ ਹੈ, ਐਂਡ ਲੈਸ ਕਰਦੇ ਹੋ ਓਲਡ ਪ੍ਰੋਵੀਜ਼ਨ ਜੋ ਪਿਛਲੇ ਸਾਲ ਦੀ ਗਿਵਨ ਹੁੰਦੀ ਹੈ ਟ੍ਰਾਇਲ ਬੈਲੈਂਸ ਦੇ ਵਿੱਚ, ਜਿਵੇਂ ਕੀ ਹੈ ਗਿਵਨ ਹੈ ਪ੍ਰੋਵੀਜ਼ਨ ਫॉर ਬੈਡ ਡੈਟਸ। ਇਹ ਫਾਰਮੂਲਾ ਸੇਮ ਟੂ ਸੇਮ ਉਵੇਂ ਹੀ ਚੱਲੇਗਾ। ਮਤਲਬ ਉਸ ਕੁਐਸਚਨ ਨੂੰ ਸੋਲਵ ਕਰਨ ਦਾ ਜੋ ਤਰੀਕਾ ਹੈ, ਜੋ ਮੈਥਡ ਹੈ, ਬਿਲਕੁਲ ਉਵੇਂ ਹੀ ਹੈ ਜਿਵੇਂ ਤੁਸੀਂ ਹੁਣ ਤੱਕ ਸਿੱਖਿਆ, ਸਿਰਫ ਉਸ ਨੂੰ ਪ੍ਰੈਜ਼ੈਂਟ ਕਰਨ ਦਾ ਤਰੀਕਾ ਬਦਲਿਆ। ਠੀਕ ਹੈ, ਕਿ ਤੁਸੀਂ ਉਹਨੂੰ ਆਪਣੀਆਂ ਕਾਪੀਜ਼ ਦੇ ਵਿੱਚ ਲਿਖਣਾ ਕਿਵੇਂ ਹੈ, ਉਹਨੂੰ ਪੇਸ਼ ਕਿਵੇਂ ਕਰਨਾ ਹੈ, ਸਿਰਫ ਉਹੀ ਚੀਜ਼ ਚੇਂਜ ਹੋਈ ਹੈ। ਬਾਕੀ ਤੁਹਾਨੂੰ ਲਾਸਟ ਵਿੱਚ ਕੈਪੀਟਲ ਗਿਵਨ ਹੈ। ਕੁਛ ਐਡੀਸ਼ਨਲ ਇਨਫੋਰਮੇਸ਼ਨ ਦਿੱਤੀਆਂ ਹੋਈਆਂ ਨੇ ਜਿਹਦੇ ਵਿੱਚ ਕਿ ਕਲੋਜ਼ਿੰਗ ਸਟਾਕ, ਡੈਪਰੀਸੀਏਸ਼ਨ, ਪ੍ਰੋਵੀਜ਼ਨ ਟੈਕਸ ਦੇ ਲਈ ਤੁਹਾਡੇ ਕੋਲ ਦਿੱਤੀ ਹੋਈ ਹੈ, ਐਂਡ ਪ੍ਰੋਵੀਜ਼ਨ ਫॉर ਦੀ ਡੈਟਸ ਔਨ ਦੀ ਡੈਟਰ ਵੀ ਦਿੱਤੀ ਹੋਈ ਹੈ। ਮਸ਼ੀਨ ਪਰਚੇਜ਼, ਅੱਛਾ ਇੱਕ ਐਡਜਸਟਮੈਂਟ ਖਾਸ ਦਿੱਤੀ ਹੈ ਕਿ ਇੱਕ ਮਸ਼ੀਨ ਖਰੀਦੀ ਗਈ 50,000 ਦੀ,
ਜਿਹੜੀ ਕਿ ਪਰਚੇਜ਼ ਅਕਾਊਂਟ ਦੇ ਵਿੱਚ ਗਲਤੀ ਨਾਲ ਡੈਬਿਟ ਹੋ ਗਈ ਸੀ। ਠੀਕ ਹੈ, ਹੁਣ ਦੇਖੋ ਮਸ਼ੀਨ ਇੱਕ ਐਸਿਟ ਹੈ ਔਰ ਐਸਿਟ ਦੇ ਵਾਸਤੇ ਐਸਿਟ ਦਾ ਇੱਕ ਆਪਣਾ ਅਲੱਗ ਅਕਾਊਂਟ ਹੁੰਦਾ, ਉਹ ਪਰਚੇਜ਼ ਅਕਾਊਂਟ ਦੇ ਵਿੱਚ ਨਹੀਂ ਲੈਸ ਹੋ ਸਕਦਾ। ਠੀਕ ਹੈ, ਪਰਚੇਜ਼ ਅਕਾਊਂਟ ਦੇ ਵਿੱਚ ਓਨਲੀ ਆਪਾਂ ਗੁੱਡਸ ਨੂੰ ਲੈਂਦੇ ਹਾਂ, ਗੁੱਡਸ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਪਣਾ ਬਿਜ਼ਨਸ ਚਲਾ ਰਹੇ ਹੁੰਦੇ ਹੋ, ਪ੍ਰੋਡਕਟ ਤੁਹਾਡੇ ਬਿਜ਼ਨਸ ਦੇ, ਸਿਰਫ ਉਹੀ ਪਰਚੇਜ਼ ਅਕਾਊਂਟ ਦੇ ਵਿੱਚੋਂ ਡੈਬਿਟ ਹੁੰਦੇ ਨੇ। ਬਾਕੀ ਐਸਿਟ ਅਗਰ ਖਰੀਦਿਆ ਹੋਵੇ ਤਾਂ ਐਸਿਟ ਦਾ ਆਪਣਾ ਇੱਕ ਅਲੱਗ ਅਕਾਊਂਟ ਬਣਦਾ, ਉਹ ਪਰਚੇਜ਼ ਦੇ ਵਿੱਚੋਂ ਨਹੀਂ ਜਾਂਦਾ ਪੈਸਾ। ਬੈਂਕ ਲੋਨ ਲਿਖਿਆ ਹੋਇਆ, ਬੈਂਕ ਲੋਨ ਵਾਜ਼ ਰੇਜ਼ਡ ਔਨ 1 ਅਕਤੂਬਰ 2014। ਠੀਕ ਹੈ, ਇਸ ਚੀਜ਼ ਨੂੰ ਦੇਖੋ ਕਿ ਬੈਂਕ ਲੋਨ ਉਹਨਾਂ ਨੇ ਲਿਖਿਆ ਹੈ ਕਿ 1 ਅਕਤੂਬਰ 2014 ਨੂੰ ਰੇਜ਼ ਕੀਤਾ ਗਿਆ, ਮਤਲਬ ਕਿ ਕ੍ਰੀਏਟ ਕੀਤਾ ਗਿਆ। ਔਰ ਬੈਂਕ ਲੋਨ ਹੈ ਕਿੰਨਾ? ਬੈਂਕ ਲੋਨ ਤੁਹਾਨੂੰ 2 ਲੱਖ ਦਿੱਤਾ ਹੋਇਆ, 12% ਜੋ ਅੱਗੇ ਲਿਖਿਆ ਰੇਟ ਆਫ ਇੰਟਰਸਟ ਹੈ। ਹੁਣ ਅਗਰ ਸਾਨੂੰ ਅਗਰ 1 ਅਪ੍ਰੈਲ 2014 ਤੋਂ ਸਾਡੀ ਬੈਲੈਂਸ ਸ਼ੀਟ ਜਿਹੜੀ ਬਣਨੀ ਸਟਾਰਟ ਹੋਈ ਸੀ, ਸਾਡਾ ਅਕਾਊਂਟ ਸਟਾਰਟ ਹੋਇਆ ਸੀ, 1 ਅਕਤੂਬਰ ਨੂੰ ਲੋਨ ਲਿਆ ਤਾਂ 1 ਅਕਤੂਬਰ 2014 ਤੋਂ ਲੈ ਕੇ 31 ਮਾਰਚ 2015 ਤੱਕ ਦਾ ਜਿਹੜਾ ਉਸ ਲੋਨ ਦਾ ਇੰਟਰਸਟ ਹੈ ਉਹ ਤੁਹਾਡਾ ਪਾਉਣ ਵਾਲਾ ਹਜੇ ਰਹਿੰਦਾ ਹੈ। ਉਹ ਤੁਹਾਡੀ ਬੈਲੈਂਸ ਸ਼ੀਟ ਦੇ ਵਿੱਚ ਕਿਤੇ ਵੀ ਟ੍ਰਾਇਲ ਬੈਲੈਂਸ ਦੇ ਵਿੱਚ ਕਿਤੇ ਵੀ ਸਾਨੂੰ ਸ਼ੋ ਨਹੀਂ ਸੀ ਕੀਤਾ ਗਿਆ ਵੀ ਤੁਹਾਡਾ ਇਸ ਲੋਨ ਦੇ ਉੱਤੇ ਇੰਨਾ ਇੰਟਰਸਟ ਬਣ ਗਿਆ, ਤੁਸੀਂ ਪੇ ਕਰਤਾ। ਤਾਂ ਇਹ ਇੱਕ ਹਿਡਨ ਐਡਜਸਟਮੈਂਟ ਹੈ, ਤੁਸੀਂ ਇਸ ਲੋਨ ਦੀ ਜੋ ਇੰਟਰਸਟ ਕੈਲਕੂਲੇਟ ਕਰਕੇ ਹਾਫ ਈਅਰਸ ਦਾ। ਠੀਕ ਹੈ, ਕਿਉਂਕਿ 1 ਅਕਤੂਬਰ ਤੋਂ ਸ਼ੁਰੂ ਹੋਣਾ ਟਾਈਮ ਪੀਰੀਅਡ, 1 ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ ਅਤੇ ਲਾਸਟ ਵਿੱਚ 31 ਮਾਰਚ, ਦੇਖੋ 6 ਮਹੀਨੇ ਬਣਦੇ ਨੇ। 6 ਮਹੀਨੇ ਦਾ ਇੰਟਰਸਟ ਜਿਹੜਾ ਤੁਸੀਂ ਇਸ ਚੀਜ਼ ਦੇ ਉੱਤੇ ਕੈਲਕੂਲੇਟ ਕਰੋਗੇ। ਦੀ ਬੋਰਡ ਆਫ ਡਾਇਰੈਕਟਰ ਰਿਕਮੈਂਡ ਡਿਵੀਡੈਂਡ ਐਟ ਦੀ ਰੇਟ 15% ਔਨ ਪੇਡ ਅਪ ਕੈਪੀਟਲ। ਠੀਕ ਹੈ, ਐਕਸਕਲੂਡਿੰਗ ਇੰਟਰਮ ਡਿਵੀਡੈਂਡ, ਕਿ ਇੰਟਰਮ ਡਿਵੀਡੈਂਡ ਨੂੰ ਛੱਡ ਦਿਓ ਅਤੇ ਜਿੰਨਾ ਵੀ ਤੁਹਾਡਾ ਡਿਵੀਡੈਂਡ 15% ਦਿੱਤਾ ਹੋਇਆ BOD ਨੇ, ਉਹ 15% ਦੇਣਾ ਹੈ ਪੇਡ ਅਪ ਕੈਪੀਟਲ ਦੇ ਉੱਪਰ। ਠੀਕ ਹੈ, ਇਸ ਗੱਲ ਦਾ ਤੁਸੀਂ ਵੀ ਧਿਆਨ ਰੱਖਣਾ ਕਿ ਡਿਵੀਡੈਂਡ ਹਮੇਸ਼ਾ ਹੀ ਕੈਪੀਟਲ ਦੇ ਉੱਤੇ ਕੈਲਕੂਲੇਟ ਹੋਏਗਾ, ਲੇਕਿਨ ਪੇ ਕਿਹਦੇ ਵਿੱਚੋਂ ਹੋਏਗਾ? ਪ੍ਰੋਫਿਟ ਦੇ ਵਿੱਚੋਂ। ਠੀਕ ਹੈ, ਕੈਪੀਟਲ ਦੇਖੋ ਤੁਹਾਨੂੰ ਇੱਥੇ 10 ਲੱਖ ਦਿੱਤੀ ਹੋਈ ਹੈ, ਤਾਂ 10 ਲੱਖ ਦੇ ਉੱਤੇ 15% ਜਿਹੜਾ ਹੈ ਤੁਹਾਡਾ ਡਿਵੀਡੈਂਡ ਬਣਾਇਆ ਜਾਏਗਾ ਔਰ ਉਸ ਦੀ ਪੇਮੈਂਟ ਹੋਏਗੀ ਇਸ ਸਾਲ ਦੇ ਕਰੰਟ ਈਅਰ ਪ੍ਰੋਫਿਟ ਦੇ ਵਿੱਚੋਂ। ਕਰੰਟ ਈਅਰ ਪ੍ਰੋਫਿਟ ਕਿੱਥੋਂ ਨਿਕਲੇਗਾ? ਜੋ ਤੁਸੀਂ ਸਟੇਟਮੈਂਟ ਆਫ P&L ਅਕਾਊਂਟ ਬਣਾਓਗੇ। ਫਿਰ ਹੈ ਕਾਰਪੋਰੇਟ ਡਿਵੀਡੈਂਡ ਟੈਕਸ, ਮਤਲਬ ਜਿੰਨਾ ਵੀ ਤੁਸੀਂ ਡਿਵੀਡੈਂਡ ਕੈਲਕੂਲੇਟ ਕਰੋਗੇ ਉਸ ਡਿਵੀਡੈਂਡ ਦੇ ਉੱਤੇ 17% ਟੈਕਸ ਜਿਹੜਾ ਉਸ ਨੂੰ ਪੇ ਕਰਨਾ ਪਏਗਾ। ਐਂਡ ਪ੍ਰਪੇਅਰ ਦੀ ਫਾਈਨਲ ਅਕਾਊਂਟ ਫॉर ਦ ਈਅਰ ਐਂਡ 31 ਮਾਰਚ 2015। ਓਕੇ, ਤਾਂ ਦੇਖੋ ਬੇਟੇ ਹੁਣ ਮੈਂ ਤੁਹਾਨੂੰ ਸਟਾਰਟ ਕਰਨ ਲੱਗੀ ਹਾਂ। RS ਲਿਮਿਟਡ ਕੰਪਨੀ, ਜੋ ਫਾਰਮੈਟ ਹੈ ਤੁਸੀਂ ਬਿਲਕੁਲ ਉਸ ਫਾਰਮੈਟ ਦੇ ਵਿੱਚ ਰਹਿ ਕੇ ਹੀ ਆਪਣੇ ਕੁਐਸਚਨ ਨੂੰ ਪੂਰਾ ਕਰਨਾ, ਕਿਉਂਕਿ ਜੇ ਤੁਸੀਂ ਆਪਣੇ ਫਾਰਮੈਟਸ ਤੋਂ ਕਿਤੇ ਕੁਝ ਅਲੱਗ ਕਰ ਦਿੰਦੇ ਹੋ ਜੋ ਫਾਰਮੈਟ ਦੇ ਵਿੱਚ ਮੈਂਸ਼ਨ ਨਹੀਂ ਹੈ, ਤਾਂ ਇਹ ਚੀਜ਼ ਤੁਹਾਡੇ ਐਗਜ਼ਾਮਸ ਦੇ ਵਿੱਚ ਤੁਹਾਡੇ ਐਗਜ਼ਾਮ ਮਾਰਕਸ ਦੀ ਡਿਡਕਸ਼ਨ ਦਾ ਰੀਜ਼ਨ ਜਿਹੜੀ ਹੈ ਬਣ ਸਕਦੀ ਹੈ। RS ਲਿਮਿਟਡ ਦੇ ਅੰਦਰ ਕੰਪਨੀ ਹੈ। ਸਟੇਟਮੈਂਟ ਆਫ P&L ਫॉर ਦ ਈਅਰ, ਇੱਥੇ ਅਕਾਊਂਟ ਵਰਡ ਮੈਂ ਨਹੀਂ ਯੂਜ਼ ਕੀਤਾ ਬਿਕੋਜ਼ ਅਸੀਂ ਸਟੇਟਮੈਂਟ ਬਣਾ ਰਹੇ ਹਾਂ। ਸਟੇਟਮੈਂਟ ਔਰ ਅਕਾਊਂਟ ਦੋਨਾਂ ਦੇ ਬਣਾਉਣ ਦਾ ਤਰੀਕਾ ਅਲੱਗ-ਅਲੱਗ ਹੈ। ਸਟੇਟਮੈਂਟ ਆਫ ਪ੍ਰੋਫਿਟ ਐਂਡ ਲਾਸ ਅਕਾਊਂਟ ਫॉर ਦ ਈਅਰ ਐਂਡਡ 31 ਮਾਰਚ 2015। ਠੀਕ ਹੈ, ਪਾਰਟੀਕੂਲਰਸ ਨੇ, ਇੱਕ ਸਾਈਡ ਮੈਂ ਨੋਟ ਦਾ ਕਾਲਮ ਬਣਾਇਆ ਔਰ ਇੱਕ ਸਾਈਡ ਅਮਾਊਂਟ ਦਾ, ਦੋਨੋਂ ਕਾਲਮ ਤੁਸੀਂ ਰੈਡੀ ਕਰੋਗੇ। ਫਸਟ ਪੁਆਇੰਟ ਹੁੰਦਾ ਰੈਵਨਿਊ ਫਰੋਮ ਆਪਰੇਸ਼ਨ। ਰੈਵਨਿਊ ਫਰੋਮ ਆਪਰੇਸ਼ਨ ਮਤਲਬ ਆਪਰੇਸ਼ਨ ਕੀ ਹੈ? ਮਤਲਬ ਤੁਹਾਡਾ ਕੰਮਕਾਰ। ਠੀਕ ਹੈ, ਕੰਮਕਾਰ ਜੋ ਤੁਸੀਂ ਆਪਣਾ ਬਿਜ਼ਨਸ ਚਲਾ ਰਹੇ ਹੋ ਤਾਂ ਬਿਜ਼ਨਸ ਨੂੰ ਪੈਸਾ ਕਿੱਥੋਂ ਆਏਗਾ? ਰੈਵਨਿਊ ਕਿੱਥੋਂ ਆਏਗਾ? ਸੇਲ ਤੋਂ ਆਏਗਾ। ਠੀਕ ਹੈ, ਤਾਂ ਸੇਲ ਲੈਸ ਰਿਟਰਨ ਮੈਂ ਇੱਥੇ ਲਿਖ ਲਿਆ 58,16,000 ਰੁਪਏ। ਅਦਰ ਇਨਕਮ, ਅਦਰ ਇਨਕਮ ਹੁੰਦੀ ਹੈ ਵੀ ਜੇ ਤੁਸੀਂ ਬਿਜ਼ਨਸ ਦੇ ਵਿੱਚੋਂ ਪੈਸਾ ਕਿਸੇ ਚੀਜ਼ ਨੂੰ ਵੇਚਣ ਤੋਂ ਬਾਅਦ ਅਰਨ ਕੀਤਾ ਹੈ, ਜਿਵੇਂ ਤੁਸੀਂ ਆਪਣੀ ਕੋਈ ਇਨਵੈਸਟਮੈਂਟ ਵੇਚ ਦਿੱਤੀ ਹੋਵੇ ਜਾਂ ਤੁਸੀਂ ਆਪਣਾ ਕੋਈ ਐਸਿਟ ਵੇਚਿਆ ਹੋਵੇ, ਉੱਥੋਂ ਪ੍ਰੋਫਿਟ ਹੋਇਆ ਹੋਵੇ, ਤਾਂ ਉਹ ਅਦਰ ਇਨਕਮ ਦਾ ਪਾਰਟ ਬਣਦਾ। ਅਦਰਵਾਈਜ਼ ਇੱਥੇ ਹੋਰ ਕੁਝ ਨਹੀਂ ਲਿਖਿਆ ਜਾਂਦਾ। ਅਦਰ ਇਨਕਮ ਇੱਥੇ ਆਪਾਂ ਨੂੰ ਉਹਨਾਂ ਨੇ ਐਡਜਸਟਮੈਂਟ 'ਚ ਕੁਛ ਨਹੀਂ ਕਿਹਾ ਸੀਗਾ ਵੀ ਕੋਈ ਨਵੀਂ ਚੀਜ਼ ਐਸਿਟ ਜਾਂ ਸੇਲ ਕੀਤਾ ਜਾਂ ਅਸੀਂ ਇਨਵੈਸਟਮੈਂਟ ਸੇਲ ਕੀਤੀ ਹੈ, ਤਾਂ ਨਿਲ। ਔਰ ਟੋਟਲ ਇਨਕਮ, ਟੋਟਲ ਰੈਵਨਿਊ ਦੇਖੋ ਫਸਟ ਐਂਡ ਸੈਕਿੰਡ ਕਾਲਮ ਦੋਨਾਂ ਨੂੰ ਜੋੜ ਕੇ 58,16,000 ਐਜ਼ ਇਟ ਇਜ਼ ਆ ਗਿਆ। ਇੱਥੇ ਮੈਨੂੰ ਡਬਲ ਅੰਡਰਲਾਈਨ ਕਰਤਾ ਕਿਉਂਕਿ ਅਸੀਂ ਇਸ ਚੀਜ਼ ਨੂੰ ਬਾਅਦ ਵਿੱਚ ਯੂਜ਼ ਕਰਾਂਗੇ। ਫੋਰਥ ਪੁਆਇੰਟ ਹੁੰਦਾ ਤੁਹਾਡਾ ਐਕਸਪੈਂਸਿਸ ਦੇ ਲਈ। ਠੀਕ ਹੈ, ਐਕਸਪੈਂਸਿਸ ਦੇ ਵਿੱਚ ਦੇਖੋ, ਐਕਸਪੈਂਸਿਸ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤਾਂ ਆਪਣਾ ਕੋਸਟ ਆਫ ਗੁੱਡਸ ਸੋਲਡ COGS ਜਿਹਨੂੰ ਤੁਸੀਂ ਕਹਿੰਦੇ ਹੋ ਉਸ ਨੂੰ ਲਿਖਣਾ ਹੁੰਦਾ। ਔਰ ਉਹਦੇ ਲਈ ਫਾਰਮੂਲਾ ਸਾਰੇ ਹੀ ਬੱਚਿਆਂ ਦੇ ਧਿਆਨ ਦੇ ਵਿੱਚ ਹੈ, ਕਿਉਂਕਿ ਪਰਚੇਜ਼ ਜਿਹਦੇ ਵਿੱਚ ਤੁਸੀਂ ਆਪਣਾ ਓਪਨਿੰਗ ਸਟਾਕ ਪਲੱਸ ਪਰਚੇਜ਼ਿਸ ਮਾਈਨਸ ਕਲੋਜ਼ਿੰਗ ਸਟਾਕ ਕਰਦੇ ਹੁੰਦੇ ਹੋ। ਠੀਕ ਹੈ, ਔਰ ਡਾਇਰੈਕਟ ਐਕਸਪੈਂਸਿਸ ਹੋਣ ਤਾਂ ਉਹ ਵੀ ਐਡ ਹੋ ਜਾਂਦੇ ਨੇ। ਮਤਲਬ ਮੈਂ ਇਹਦਾ ਫਾਰਮੂਲਾ ਇੱਕ ਵਾਰੀ ਦੁਬਾਰਾ ਰਿਪੀਟ ਕਰਦੀ ਹਾਂ, ਓਪਨਿੰਗ ਸਟਾਕ ਪਲੱਸ ਪਰਚੇਜ਼ਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ ਸਟਾਕ। ਠੀਕ ਹੈ, ਔਰ ਦੇਖੋ ਮੈਂ ਇੱਥੇ ਪਰਚੇਜ਼ ਚਲੋ ਮੈਂ ਪਹਿਲਾਂ ਲਿਖ ਲਿਆ ਹੈ, ਪਰਚੇਜ਼ 40,20,000 ਜਿਹੜਾ ਹੈ ਉਹ ਬਣਿਆ। ਹੁਣ ਕਈ ਬੱਚਿਆਂ ਦੇ ਦਿਮਾਗ 'ਚ ਹੋਏਗਾ ਵੀ ਸਾਡੇ ਕੁਐਸਚਨ ਦੇ ਵਿੱਚ ਤਾਂ ਪਰਚੇਜ਼ ਇੰਨਾ ਨਹੀਂ ਦਿੱਤਾ ਹੋਇਆ, ਫਿਰ ਇਹ ਇੱਦਾਂ ਕਿਵੇਂ ਬਣ ਗਿਆ? ਦੇਖੋ ਉਹਦੇ ਲਈ ਮੈਂ ਇੱਕ ਨੋਟ ਜਿਹੜਾ ਹੈ ਤੁਹਾਨੂੰ ਨੀਚੇ ਬਣਾ ਕੇ ਦਿੱਤਾ ਹੋਇਆ ਹੈ। ਨੋਟ ਦੇਖੋ, ਨੋਟ 1 ਪਰਚੇਜ਼ ਦੇ ਲਈ ਬਣਾਇਆ ਹੈ। ਪਰਚੇਜ਼ ਤੁਹਾਡੇ ਕੋਲ ਸੀ 41 ਲੱਖ ਦੇ ਲਈ, ਉਹਦੇ ਵਿੱਚੋਂ ਰਿਟਰਨ ਲੈਸ ਕਰਕੇ
बैलेंस बच गया 40,70,000। और एक एडजस्टमेंट सी साडे कोल मशीन वाली कि मशीन गलती ਦੇ ਨਾਲ ਡੈਬਿਟ ਹੋਈ ਹੋਈ ਹੈ ਤਾਂ ਉਹ ਵੈਲਿਊ ਅਸੀਂ ਹੁਣ ਇੱਥੋਂ ਲੈਸ ਕਰ ਦਾਂਗੇ। ਤਾਂ ਰੀਅਲ ਪਰਚੇਜ਼ ਦੀ ਵੈਲਿਊ ਕਿੰਨੀ ਹੈ 40,20,000, ਉਹ ਮੈਂ ਇੱਥੇ ਲਿਖੀ ਹੈ। ਠੀਕ ਹੈ, ਓਪਨਿੰਗ ਸਟਾਕ 1,20,000 ਦਿੱਤਾ ਸੀ ਐਂਡ ਕਲੋਜ਼। ਡਾਇਰੈਕਟ ਐਕਸਪੈਂਸਿਸ ਇੱਥੇ ਸਾਡੇ ਕੋਲ ਨਹੀਂ ਸੀਗੇ। ਡਾਇਰੈਕਟ ਐਕਸਪੈਂਸਿਸ ਹੁੰਦੇ ਨੇ ਜਿਹੜੇ ਕਿ ਟ੍ਰੇਡਿੰਗ ਅਕਾਊਂਟ ਦੇ ਐਕਸਪੈਂਸਿਸ ਹੋਣਗੇ, ਉਹ ਡਾਇਰੈਕਟ ਐਕਸਪੈਂਸ ਕਹਾਣਗੇ। ਇੱਥੇ ਇਹਨਾਂ ਨੇ ਸਾਨੂੰ ਟ੍ਰੇਡਿੰਗ ਅਕਾਊਂਟ ਦੇ ਨਾਲ ਜੁੜੀ ਹੋਈ ਕੋਈ ਵੀ ਚੀਜ਼ ਜਿਹੜੀ ਉਹ ਮੈਂਸ਼ਨ ਨਹੀਂ ਕੀਤੀ ਹੋਈ, ਲਾਈਕ ਫਿਊਲ ਜਿਹਨੂੰ ਤੁਸੀਂ ਕਹਿ ਸਕਦੇ ਹੋ ਨਾ, ਫਿਊਲ, ਕੈਰੇਜ ਇਨਵਰਡ, ਇਹੋ ਜਿਹੀਆਂ ਚੀਜ਼ਾਂ ਉੱਥੇ ਨਹੀਂ ਸੀ ਤਾਂ ਅਸੀਂ ਇੱਥੇ ਨਹੀਂ ਐਡ ਕਰਾਂਗੇ। ਲੈਸ ਕਰਾਂਗੇ ਕਲੋਜ਼ਿੰਗ ਸਟਾਕ ਜੋ ਕਿ ਸਾਡੇ ਐਡਜਸਟਮੈਂਟ ਦੇ ਵਿੱਚ ਗਿਵਨ ਹੈ 2 ਲੱਖ। ਔਰ ਬੈਲੈਂਸ ਬਚ ਕੇ ਤੁਹਾਡੇ ਕੋਲ 3,94,000 ਦੀ ਵੈਲਿਊ ਆ ਜਾਏਗੀ ਜੋ ਤੁਸੀਂ ਬਾਹਰ ਲਿਖ ਲਓਗੇ ਆਪਣੇ ਅਮਾਊਂਟ ਵਾਲੇ ਕਾਲਮ ਦੇ ਵਿੱਚ। ਠੀਕ ਹੈ, ਨੋਟ ਵਾਲਾ ਕਾਲਮ ਬਣਾਉਣ ਦਾ ਮੋਟਿਵ ਹੈ ਕਿ ਤੁਸੀਂ ਜੋ ਵੀ ਆਪਣੀ ਡਿਟੇਲਿੰਗ ਕਰਦੇ ਹੋ, ਜੋ ਵੀ ਤੁਸੀਂ ਆਪਣੀ ਪ੍ਰੈਕਟਿਸ ਕਰਦੇ ਹੋ ਆਪਣੇ ਉਸ ਟੌਪਿਕ ਨੂੰ ਕੈਲਕੂਲੇਟ ਕਰਨ ਦੇ ਲਈ, ਉਹਦੇ ਲਈ ਇੱਕ ਅਲੱਗ ਤੋਂ ਨੋਟ ਬਣਾਓ। ਜਿਵੇਂ ਕਿ ਮੈਂ ਪਰਚੇਜ਼ ਲਈ ਅਲੱਗ ਤੋਂ ਨੋਟ ਬਣਾਇਆ ਹੋਇਆ ਸੀ, ਉੱਪਰ ਉਹਦਾ ਨੰਬਰ ਦੇ ਦਿੱਤਾ ਕਿ ਇਸ ਦੇ ਲਈ ਜੋ ਕੈਲਕੂਲੇਸ਼ਨ ਤੁਸੀਂ ਨੋਟ ਨੰਬਰ 1 ਦੇ ਵਿੱਚੋਂ ਦੇਖ ਸਕਦੇ ਹੋ। ਦੂਸਰਾ ਨੋਟ ਮੈਂ ਬਣਾਇਆ 2nd ਨੰਬਰ ਇੰਪਲੋਈ ਬੈਨੀਫਿਟ ਐਕਸਪੈਂਸਿਸ ਦੇ ਲਈ। ਜਿਵੇਂ ਇਹਦਾ ਨਾਮ ਹੈ ਇੰਪਲੋਈ ਬੈਨੀਫਿਟ, ਜਿਹਦੇ ਵਿੱਚ ਤੁਹਾਡੇ ਕਰਮਚਾਰੀਆਂ ਦਾ ਫਾਇਦਾ ਹੁੰਦਾ ਹੋਵੇ, ਤਾਂ ਕਰਮਚਾਰੀਆਂ ਦਾ ਫਾਇਦਾ ਕਿੱਥੋਂ ਹੋਵੇਗਾ ਜਦੋਂ ਤੁਸੀਂ ਉਹਨਾਂ ਨੂੰ ਸੈਲਰੀਜ਼ ਦਿੰਦੇ ਹੋ ਨਾ। ਤਾਂ ਆਫਿਸ ਸੈਲਰੀਜ਼ ਐਂਡ ਐਕਸਪੈਂਸਿਸ ਦੇ ਨਾਮ ਦੇ ਨਾਲ ਤੁਹਾਡੀ ਬੁੱਕ ਦੇ ਵਿੱਚ ਵੈਲਿਊ ਗਿਵਨ ਹੈ 4,49,000, ਉਹ ਇਹਦੇ ਵਿੱਚ ਆ ਜਾਏਗੀ। ਔਰ ਇਸ ਦਾ ਟੋਟਲ ਅਸੀਂ ਕੈਲਕੂਲੇਟ ਕਰਕੇ ਇਸ ਨੂੰ ਆਪਣੇ P&L ਸਟੇਟਮੈਂਟ ਦੇ ਵਿੱਚ ਨੋਟ ਕਰ ਲਾਂਗੇ। ਫਿਰ ਹੈ ਤੁਹਾਡੇ ਕੋਲ ਫਾਈਨਾਂਸ ਕਾਸਟ। ਫਾਈਨਾਂਸ ਕਾਸਟ ਹੁੰਦਾ ਹੈ ਵੀ ਜਿਹੜਾ ਤੁਹਾਡੇ ਕੋਈ ਬਿਜ਼ਨਸ ਦੇ ਖਰਚੇ ਤੁਹਾਨੂੰ ਪੈਸੇ ਨੂੰ ਲੈ ਕੇ ਤਿਆਰ ਹੁੰਦੇ ਨੇ। ਤੁਸੀਂ ਇੱਕ ਲੋਨ ਲਿਆ ਸੀ ਤਾਂ ਉਸ ਲੋਨ ਦਾ ਜਿਹੜਾ ਖਰਚਾ ਹੈ ਉਹ ਹੁਣ ਤੁਹਾਨੂੰ ਇੱਥੇ ਲਿਖਣਾ ਪਏਗਾ। ਠੀਕ ਹੈ, ਕਿਉਂਕਿ ਤੁਸੀਂ ਲੋਨ ਤਾਂ ਲਿਆ ਸੀ ਦੇਖੋ 2 ਲੱਖ ਦਾ, ਲੇਕਿਨ ਤੁਹਾਨੂੰ ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ। ਤਾਂ ਇੰਟਰਸਟ ਤੁਹਾਡੇ 'ਤੇ ਇੱਕ ਐਕਸਟਰਾ ਬਰਡਨ ਹੈ ਫਾਈਨਾਂਸ ਕਾਸਟ। ਠੀਕ, ਤਾਂ ਦੇਖੋ ਰਾਜੇ 2 ਲੱਖ ਦੇ ਉੱਪਰ ਤੁਸੀਂ ਆਪਣੀ ਜੋ ਵੈਲਿਊ ਹੈ ਉਹ ਕੈਲਕੂਲੇਟ ਕਰੋਗੇ। 2 ਲੱਖ ਦੇ ਉੱਪਰ ਤੁਹਾਨੂੰ ਬੈਂਕ ਲੋਨ ਦੇ ਅਗਲੇ ਪਾਸੇ ਜੋ ਇੰਟਰਸਟ ਰੇਟ ਲਿਖਿਆ ਉਸੇ ਨੂੰ ਕੈਲਕੂਲੇਟ ਕਰਨਾ 12%। 2 ਲੱਖ ਮਲਟੀਪਲਾਈ 12% ਮਲਟੀਪਲਾਈ 6 ਮੰਥ, ਤਾਂ ਦੇਖੋ 12,000 ਦਾ ਇੰਟਰਸਟ ਔਨ ਬੈਂਕ ਲੋਨ ਤੁਹਾਡੇ ਕੋਲ ਆ ਜਾਏਗਾ। ਉਸ ਤੋਂ ਬਾਅਦ ਹੈ ਡੈਪਰੀਸੀਏਸ਼ਨ ਐਂਡ ਐਮੋਰਟਾਈਜੇਸ਼ਨ ਐਕਸਪੈਂਸਿਸ। ਡੈਪਰੀਸੀਏਸ਼ਨ ਤੁਸੀਂ ਜਾਣਦੇ ਹੀ ਹੋ ਸਾਰੇ ਬੱਚੇ, ਤਾਂ ਅਸੀਂ ਵੀ ਇਹਦੇ ਵਿੱਚ ਡੈਪਰੀਸੀਏਸ਼ਨ ਨੂੰ ਕੈਲਕੂਲੇਟ ਕਰਨ ਦੇ ਲਈ 3 ਨੰਬਰ ਜਿਹੜਾ ਨੋਟ ਹੈ ਉਹ ਤਿਆਰ ਕੀਤਾ। ਔਰ ਬਿਲਡਿੰਗ ਔਰ ਮਸ਼ੀਨਰੀ 2 ਚੀਜ਼ਾਂ ਦੀ ਡੈਪਰੀਸੀਏਸ਼ਨ ਸਾਨੂੰ ਦਿੱਤੀ ਹੋਈ ਸੀ ਕਰੰਟ ਈਅਰ ਦੇ ਵਾਸਤੇ। ਕਰੰਟ ਈਅਰ ਦੀ ਡੈਪਰੀਸੀਏਸ਼ਨ ਹੈ। ਲਾਸਟ ਈਅਰ ਦੀ ਡੈਪਰੀਸੀਏਸ਼ਨ ਨੂੰ ਅਸੀਂ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਰਿਕਾਰਡ ਕਰਾਂਗੇ। ਪ੍ਰੋਫਿਟ ਐਂਡ ਲਾਸ ਸਟੇਟਮੈਂਟ ਬਣਾਉਣ ਟਾਈਮ 'ਤੇ ਸਿਰਫ ਕਰੰਟ ਈਅਰ ਦੀ ਇਨਫੋਰਮੇਸ਼ਨ ਨੂੰ ਹੀ ਨੋਟ ਕੀਤਾ ਜਾਵੇ। ਔਰ ਦੇਖੋ ਡੈਪਰੀਸੀਏਸ਼ਨ 5 ਲੱਖ ਦੀ ਬਿਲਡਿੰਗ ਹੈ, ਉਹਦੇ 'ਤੇ 5% 25,000। ਔਰ ਦੂਸਰੀ ਮਸ਼ੀਨਰੀ ਹੈ 15,50,000, ਉਹਦੇ 'ਤੇ 10% ਤੁਹਾਡੇ ਕੋਲ ਡੈਪਰੀਸੀਏਸ਼ਨ ਆ ਗਈ 1,55,000। ਦੋਨਾਂ ਡੈਪਰੀਸੀਏਸ਼ਨ ਨੂੰ ਜੋੜ ਕੇ ਤੁਸੀਂ ਆਪਣੇ ਸਟੇਟਮੈਂਟ ਦੇ ਵਿੱਚ ਨੋਟ ਕਰ ਲਓਗੇ। ਲਾਸਟ ਵਿੱਚ ਹੈ ਤੁਹਾਡੇ ਕੋਲ ਅਦਰ ਐਕਸਪੈਂਸਿਸ ਦਾ ਕਾਲਮ। ਅਦਰ ਐਕਸਪੈਂਸਿਸ ਦੇ ਲਈ ਮੈਂ 4 ਨੰਬਰ ਨੋਟ ਰੈਡੀ ਕੀਤਾ ਹੋਇਆ। ਦੇਖੋ ਅਦਰ ਐਕਸਪੈਂਸਿਸ ਜਿਵੇਂ ਕਿ ਤੁਸੀਂ ਆਪਣੇ P&L ਅਕਾਊਂਟ ਦੇ ਵਿੱਚ ਕੁਛ ਹੋਰ ਖਰਚੇ ਜਿਹੜੇ ਕਿ ਬਿਜ਼ਨਸ ਦੇ ਨਾਲ ਜੁੜੇ ਹੁੰਦੇ ਨੇ ਪਾਉਂਦੇ ਹੋ, ਉਹ ਤੁਸੀਂ ਇਹਦੇ ਵਿੱਚ ਐਜ਼ ਆ ਅਦਰ ਐਕਸਪੈਂਸਿਸ ਦੇ ਵਿੱਚ ਨੋਟ ਕਰੋਗੇ। ਜਿਨ੍ਹਾਂ ਵਿੱਚੋਂ ਮੈਂ ਸਭ ਤੋਂ ਪਹਿਲਾਂ ਮੈਨੂਫੈਕਚਰਿੰਗ ਐਕਸਪੈਂਸਿਸ ਲਿਖਿਆ ਹੈ, ਡਾਇਰੈਕਟਰ ਰੈਮਿਊਨਰੇਸ਼ਨ ਲਿਖਿਆ ਹੈ, ਆਡੀਟਰ ਫੀਸ ਲਿਖਿਆ ਹੈ। ਔਰ ਬੈਡ ਡੈਟਸ ਦੇ ਲਈ ਦੇਖੋ ਉਹੀ ਫਾਰਮੂਲਾ ਫੋਲੋ ਕੀਤਾ ਗਿਆ ਹੈ ਜਿਹੜਾ ਕਿ ਤੁਸੀਂ ਨਾਰਮਲ ਫਾਈਨਲ ਅਕਾਊਂਟ ਰੈਡੀ ਕਰਨ ਟਾਈਮ 'ਤੇ ਵਰਤਦੇ ਸੀ। ਦੇਖੋ ਬੈਡ ਡੈਟਸ ਹੈ ਤੁਹਾਡੇ ਕੋਲ 25,000। ਇਹਦੇ ਵਿੱਚ ਸਾਡੇ ਕੋਲ ਫਰਦਰ ਬੈਡ ਡੈਟਸ ਜਾਂ ਰਾਈਟ ਆਫ ਬੈਡ ਡੈਟਸ ਕਰਕੇ ਐਡਜਸਟਮੈਂਟ ਦੇ ਵਿੱਚ ਕੋਈ ਵੀ ਚੀਜ਼ ਨਹੀਂ ਲਿਖੀ ਹੋਈ ਸੀ, ਤਾਂ ਅਸੀਂ ਉਹ ਇੱਥੇ ਐਡ ਨਹੀਂ ਕਰਾਂਗੇ। ਮੈਂ ਸਿਰਫ ਪ੍ਰੋਵੀਜ਼ਨ ਫॉर ਨਿਊ ਜਿਹੜੀ ਬੈਡ ਡੈਟਸ ਦੀ ਪ੍ਰੋਵੀਜ਼ਨ ਹੈ ਉਸੇ ਨੂੰ ਹੀ ਮੈਂ ਇੱਥੇ ਐਡ ਕਰ ਰਹੀ ਹਾਂ। ਦੇਖੋ ਤੁਹਾਡੇ ਡੈਬਿਟਰਸ ਦਿੱਤੇ ਹੋਏ ਨੇ 5 ਲੱਖ ਦੇ। ਅਗਰ ਸਾਨੂੰ ਫਰਦਰ ਬੈਡ ਡੈਟਸ ਦਿੱਤਾ ਹੋਵੇ ਐਡਜਸਟਮੈਂਟ ਦੇ ਵਿੱਚ ਤਾਂ ਪਹਿਲਾਂ ਉਹ ਲੈਸ ਹੋ ਜਾਂਦੇ ਨੇ, ਫਿਰ ਤੁਸੀਂ ਨਿਊ ਪ੍ਰੋਵੀਜ਼ਨ ਕੈਲਕੂਲੇਟ ਕਰਦੇ ਹੋ। ਤਾਂ ਇੱਥੇ ਪਰ ਸਾਨੂੰ ਇਹੋ ਜਿਹੀ ਕੋਈ ਚੀਜ਼ ਮੈਂਸ਼ਨ ਨਹੀਂ ਹੈ, ਤਾਂ ਤੁਸੀਂ ਡਾਇਰੈਕਟ ਟੋਟਲ ਡੈਬਿਟਰ ਦੇ ਉੱਤੇ 2% ਆਪਣੀ ਨਵੀਂ ਪ੍ਰੋਵੀਜ਼ਨ ਚਾਰਜ ਕਰ ਦੋਗੇ ਜੋ ਕਿ 10,000 ਬਣ ਜਾਏਗੀ। ਐਂਡ ਓਲਡ ਪ੍ਰੋਵੀਜ਼ਨ ਤੁਹਾਡੇ ਕ੍ਰੈਡਿਟ ਸਾਈਡ 'ਤੇ ਦਿੱਤੀ ਹੁੰਦੀ ਹੈ ਪ੍ਰੋਵੀਜ਼ਨ ਫॉर ਬੈਡ ਡੈਟਸ ਨਾਲ ਦੇ ਨਾਮ ਦੇ ਨਾਲ 40,000, ਉਸ ਨੂੰ ਰਾਈਟ ਡਾਊਨ ਕਰਕੇ ਅਤੇ ਤੁਹਾਡੀ ਬੈਡ ਡੈਟਸ ਦੀ ਪੂਰੀ ਜੋ ਬੈਲੈਂਸ ਨਿਕਲ ਕੇ ਆਇਆ ਉਹ ਮਾਈਨਸ ਦੇ ਵਿੱਚ ਆ ਗਿਆ -5,000। ਤਾਂ ਕੋਈ ਗੱਲ ਨਹੀਂ, ਜੋ ਮਾਈਨਸ ਦੇ ਵਿੱਚ ਹੈ ਤੁਸੀਂ ਉਸ ਨੂੰ ਮਾਈਨਸ ਦੇ ਵਿੱਚ ਰਿਕਾਰਡ ਕਰੋਗੇ। ਔਰ ਆਪਣੇ ਅਦਰ ਐਕਸਪੈਂਸਿਸ ਵਾਲੇ ਕਾਲਮ ਨੂੰ ਐਡ ਕਰਕੇ ਔਰ ਬੈਡ ਡੈਟਸ ਦੇ ਲਾਸ ਨੂੰ ਲੈਸ ਕਰ ਦੇਣਾ ਮਾਈਨਸ। ਦੇਖੋ ਮੈਂ ਉਸੇ ਤਰੀਕੇ ਲਿਖਿਆ ਹੋਇਆ। ਤੁਹਾਡੇ ਕੋਲ ਵੈਲਿਊ ਬਣ ਜਾਏਗੀ 6,35,000। ਤਾਂ ਇਸ ਵੈਲਿਊ ਨੂੰ ਵੀ ਤੁਸੀਂ ਆਪਣੀ ਸਟੇਟਮੈਂਟ ਦੇ ਵਿੱਚ ਨੋਟ ਕਰੋਗੇ। ਔਰ ਦੇਖੋ ਐਕਸਪੈਂਸ ਜਿਹੜਾ ਕਿ 4 ਨੰਬਰ ਮੈਂ ਹੈਡ ਬਣਾਇਆ ਸੀ ਉਹਦੇ ਵਿੱਚ ਅਸੀਂ ਆਪਣੀ COGS ਨੂੰ, ਇੰਪਲੋਈ ਬੈਨੀਫਿਟ ਐਕਸਪੈਂਸਿਸ ਨੂੰ, ਫਾਈਨਾਂਸ ਕਾਸਟ ਨੂੰ, ਡੈਪਰੀਸੀਏਸ਼ਨ ਨੂੰ ਅਤੇ ਅਦਰ ਐਕਸਪੈਂਸਿਸ ਨੂੰ ਨੋਟ ਕਰ ਲਿਆ, ਅਤੇ ਜਿਸ ਦਾ ਟੋਟਲ ਬਣਿਆ 52,16,000। ਔਰ 5ਵਾਂ ਨੰਬਰ ਤੁਸੀਂ ਰੋ ਖੋਲੋਗੇ ਪ੍ਰੋਫਿਟ ਬਿਫੋਰ ਟੈਕਸ, ਕਿ ਟੈਕਸ ਲੱਗਣ ਤੋਂ ਪਹਿਲਾਂ ਪ੍ਰੋਫਿਟ ਕਿੰਨਾ ਹੈ। ਤਾਂ ਜਿੰਨੀ ਤੁਹਾਡੀ ਇਨਕਮ ਸੀ ਉਹਦੇ ਵਿੱਚੋਂ ਤੁਸੀਂ ਆਪਣੇ ਖਰਚੇ ਲੈਸ ਕਰ ਦੋਗੇ, ਐਕਸਪੈਂਸਿਸ ਨੂੰ ਲੈਸ ਕਰ ਦੋਗੇ। ਦੇਖੋ ਮੈਂ ਲਿਖਿਆ ਹੋਇਆ 3rd ਨੰਬਰ ਕਾਲਮ
थर्ड नंबर रो माइनस फोर्थ नंबर टोटल। देखो फोर्थ नंबर का टोटल और थर्ड नंबर का टोटल ਨੂੰ ਤੁਸੀਂ ਲੈਸ ਕਰੋਗੇ ਤਾਂ 6 ਲੱਖ ਦਾ ਜਿਹੜਾ ਪ੍ਰੋਫਿਟ ਹੈ ਤੁਹਾਡੇ ਕੋਲ ਆ ਜਾਏਗਾ। ਹੁਣ ਜੋ ਸਾਨੂੰ ਪ੍ਰੋਫਿਟ ਦੇ ਉੱਪਰ ਟੈਕਸ ਲਗਾਉਣ ਨੂੰ ਕਿਹਾ ਗਿਆ ਉਹ ਤੁਸੀਂ ਸਟੇਟਮੈਂਟ ਆਫ P&L ਦੇ ਵਿੱਚ ਹੀ ਕੈਲਕੂਲੇਟ ਕਰ ਦੇਣਾ, ਉਹਨੂੰ ਤੁਸੀਂ ਬੈਲੈਂਸ ਸ਼ੀਟ ਦੇ ਵਿੱਚ ਨਹੀਂ ਨੋਟ ਕਰਨਾ, ਇੱਥੇ ਹੀ ਆਪਣਾ ਕੈਲਕੂਲੇਟ ਕਰਕੇ ਲਿਖ ਦੇਵੋਗੇ। 6 ਲੱਖ ਹੈ ਤੁਹਾਡਾ, ਟੈਕਸ ਐਕਸਪੈਂਸਿਸ 40% ਸੀ, ਚਾਰਜ ਕਰੋਗੇ ਤਾਂ 2,40,000 ਦਾ ਟੈਕਸ ਤੁਹਾਡੇ ਕੋਲ ਆ ਜਾਏਗਾ। ਔਰ ਜਦੋਂ 6 ਲੱਖ ਦੇ ਵਿੱਚੋਂ 2,40,000 ਲੈਸ ਕਰੋਗੇ ਤਾਂ ਪ੍ਰੋਫਿਟ ਫॉर ਦੀ ਈਅਰ ਮਤਲਬ ਜਿਹੜਾ ਨੈਟ ਪ੍ਰੋਫਿਟ ਜਿਹਨੂੰ ਤੁਸੀਂ ਨਾਮ ਯੂਜ਼ ਕਰ ਸਕਦੇ ਹੋ, ਨੈਟ ਪ੍ਰੋਫਿਟ ਤੁਹਾਡੇ ਕੋਲ ਬਣੇਗਾ 3,60,000 ਰੁਪਏ। ਠੀਕ ਹੈ ਬੇਟੇ, ਇਹਦੇ ਨਾਲ ਤੁਹਾਡਾ ਸਟੇਟਮੈਂਟ ਆਫ P&L ਜਿਹੜਾ ਹੈ ਉਹ ਕੰਪਲੀਟ ਹੋ ਜਾਏਗਾ ਔਰ ਇਸ ਤੋਂ ਬਾਅਦ ਤੁਸੀਂ ਆਪਣੀ ਬੈਲੈਂਸ ਸ਼ੀਟ ਬਣਾਉਣ ਵਾਲੇ ਸਾਈਡ ਨੂੰ ਅੱਗੇ ਫਾਰਵਰਡ ਹੋਵੋਗੇ। ਬੈਲੈਂਸ ਸ਼ੀਟ ਨੂੰ ਬਣਾਉਣ ਤੋਂ ਪਹਿਲਾਂ ਜੋ ਉਸ ਦੇ ਨਾਲ ਜੁੜੇ ਹੋਏ ਨੋਟਸ ਨੇ ਉਹ ਤੁਸੀਂ ਜ਼ਰੂਰ ਰੈਡੀ ਕਰ ਲੈਣੇ ਨੇ। ਦੇਖੋ ਸਭ ਤੋਂ ਪਹਿਲਾਂ ਔਰ ਬੈਲੈਂਸ ਸ਼ੀਟ ਦੇ ਲਈ ਤੁਸੀਂ ABCD ਅਲਫਾਬੈਟੀਕਲ ਯੂਜ਼ ਕਰਦੇ ਹੋ, ਜਦੋਂ ਸਟੇਟਮੈਂਟ ਆਫ P&L ਬਣਾਉਂਦੇ ਹੋ ਉੱਥੇ ਨੂਮੈਰੀਕਲ ਯੂਜ਼ ਕਰਦੇ ਹੋ, ਮਤਲਬ ਨੋਟ ਨੂੰ 1 2 3 4 ਨੰਬਰ ਨਾਲ ਲਿਖੋਗੇ। ਬੈਲੈਂਸ ਸ਼ੀਟ ਦੇ ਵਾਸਤੇ ABCD ਨਾਮ ਦੇ ਨਾਲ ਲਿਖੋਗੇ। ਸਭ ਤੋਂ ਪਹਿਲਾਂ ਮੈਂ ਬਣਾਇਆ ਹੋਇਆ ਨੋਟ A ਫॉर ਦੀ ਸ਼ੇਅਰ ਕੈਪੀਟਲ। ਦੇਖੋ ਸ਼ੇਅਰ ਕੈਪੀਟਲ ਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਤਾਂ ਅਥੋਰਾਈਜ਼ਡ ਕੈਪੀਟਲ ਨੋਟ ਕਰਦੇ ਹੋ। ਅਥੋਰਾਈਜ਼ਡ ਕੈਪੀਟਲ ਹੁੰਦੀ ਹੈ ਜਿਹਦੇ ਨਾਲ ਕੰਪਨੀ ਨੇ ਆਪਣੇ ਆਪ ਨੂੰ ਰਜਿਸਟਰਡ ਕਰਵਾਇਆ ਹੁੰਦਾ, ਤਾਂ ਇੱਥੇ ਸਾਨੂੰ ਸਿਰਫ ਉਹਨਾਂ ਨੇ ਸ਼ੇਅਰ ਕੈਪੀਟਲ ਨਾਮ ਲਿਖਿਆ ਹੋਇਆ ਮਤਲਬ ਕਿ ਉਹ ਪੇਡ ਅਪ ਕੈਪੀਟਲ ਹੈ। ਅਥੋਰਾਈਜ਼ਡ ਕੈਪੀਟਲ ਪੇਡ ਅਪ ਕੈਪੀਟਲ ਨਹੀਂ ਹੋ ਸਕਦੀ। ਠੀਕ ਹੈ, ਅਥੋਰਾਈਜ਼ ਦੇਖੋ ਅਥੋਰਾਈਜ਼ ਦਾ ਮਤਲਬ ਹੁੰਦਾ ਹੈ ਕਿ ਅਗਰ ਕੰਪਨੀ ਨੇ 1 ਲੱਖ ਦੇ ਸ਼ੇਅਰ ਦੇ ਨਾਲ ਆਪਣੇ ਆਪ ਨੂੰ ਅਥੋਰਾਈਜ਼ ਕਰਵਾਇਆ ਹੈ ਤਾਂ ਉਹ 1 ਲੱਖ ਇੱਕੋ ਟਾਈਮ 'ਤੇ ਹੀ ਨਹੀਂ ਇਸ਼ੂ ਕਰ ਸਕਦੀ। 1 ਲੱਖ ਦੇ ਵਿੱਚੋਂ ਉਹਨਾਂ ਨੇ 90,000 ਇਸ਼ੂ ਕੀਤੇ ਹੋਣਗੇ ਜਾਂ 50,000 ਕੀਤੇ ਹੋਣਗੇ। ਇਸ਼ੂ ਦਾ ਮਤਲਬ ਹੈ ਕਿ ਲੋਕਾਂ ਨੂੰ ਦੱਸਣਾ ਵੀ ਅਸੀਂ ਆਪਣੀ ਕੰਪਨੀ ਦੇ ਸ਼ੇਅਰ ਵੇਚ ਰਹੇ ਹਾਂ, ਜੇ ਕੋਈ ਖਰੀਦਣਾ ਚਾਹੁੰਦਾ ਤਾਂ ਸਾਡੇ ਕੋਲ ਆ ਕੇ ਖਰੀਦ ਲਵੇ। ਠੀਕ ਹੈ, ਤਾਂ ਜ਼ਰੂਰੀ ਨਹੀਂ ਹੈ ਵੀ ਜੇ ਤੁਸੀਂ 50,000 ਦੇ ਸ਼ੇਅਰ ਲੋਕਾਂ ਨੂੰ ਇਸ਼ੂ ਕੀਤੇ ਤਾਂ ਸਾਰੇ ਦੇ ਸਾਰੇ ਹੀ ਵਿਕ ਜਾਣਗੇ। ਹੋ ਸਕਦਾ ਉਹਦੇ ਵਿੱਚੋਂ 40,000 ਹੀ ਵਿਕਣ ਜਾਂ ਉਹਦੇ 'ਚੋਂ 30,000 ਹੀ ਵਿਕਣ, ਤਾਂ ਜਿੰਨੇ ਵਿਕਣਗੇ ਹੈ ਨਾ ਉਹ ਬਣਨਗੇ ਤੁਹਾਡੇ ਸਬਸਕ੍ਰਾਈਬਡ, ਕਿ ਲੋਕਾਂ ਨੇ ਉਹਨੇ ਸਬਸਕ੍ਰਾਈਬ ਕਰ ਲਿਆ। ਔਰ ਸਬਸਕ੍ਰਿਪਸ਼ਨ ਤੋਂ ਬਾਅਦ ਵੀ ਹੁਣ ਤੁਸੀਂ ਚੈਪਟਰ ਕੀਤਾ ਸੀ ਸ਼ੇਅਰ ਕੈਪੀਟਲ ਆਪਣੇ ਕਾਰਪੋਰੇਟ ਅਕਾਊਂਟਿੰਗ ਦੇ ਵਿੱਚ ਵੀ ਕਈ ਟਾਈਮ ਤੁਹਾਡੇ ਸ਼ੇਅਰ ਹੋਲਡਰ ਐਪਲੀਕੇਸ਼ਨ ਮਨੀ ਦੇ ਦਿੰਦੇ ਨੇ, ਅਲਾਟਮੈਂਟ ਮਨੀ ਦੇ ਦਿੰਦੇ ਨੇ, ਲੇਕਿਨ ਫਾਈਨਲ ਔਰ ਫਸਟ ਕਾਲ ਨਹੀਂ ਦਿੰਦੇ। ਤਾਂ ਜਿੰਨਾ ਉਹਨਾਂ ਨੇ ਪੈਸਾ ਤੁਹਾਨੂੰ ਜਿੰਨੇ ਸ਼ੇਅਰ ਹੋਲਡਰਸ ਦਾ ਕੰਪਲੀਟ ਸ਼ੇਅਰਸ ਦਾ ਪੈਸਾ ਆਇਆ ਹੋਇਆ ਉਹ ਬਣੇਗੀ ਪੇਡ ਅਪ ਕੈਪੀਟਲ। ਔਰ ਪੇਡ ਅਪ ਕੈਪੀਟਲ ਦੇ ਉੱਤੇ ਹੀ ਤੁਸੀਂ ਡਿਵੀਡੈਂਡ ਚਾਰਜ ਕਰਦੇ ਹੋ। ਕਦੇ ਵੀ ਅਥੋਰਾਈਜ਼ਡ ਕੈਪੀਟਲ ਦੇ ਉੱਤੇ ਡਿਵੀਡੈਂਡ ਨਹੀਂ ਕੈਲਕੂਲੇਟ ਕੀਤਾ ਜਾਂਦਾ, ਤੁਸੀਂ ਹਮੇਸ਼ਾ ਪੇਡ ਅਪ ਕੈਪੀਟਲ ਦੇ ਉੱਤੇ ਹੀ ਆਪਣੇ ਡਿਵੀਡੈਂਡ ਨੂੰ ਕੈਲਕੂਲੇਟ ਕਰਨਾ ਹੈ। ਤਾਂ ਇਸ ਕੁਐਸਚਨ ਦੇ ਵਿੱਚ ਉਹਨਾਂ ਨੇ ਆਪਾਂ ਨੂੰ ਸ਼ੇਅਰ ਕੈਪੀਟਲ 10 ਲੱਖ ਲਿਖ ਦਿੱਤੀ ਸੀ, ਅਥੋਰਾਈਜ਼ ਜਾਂ ਇਸ਼ੂਡ ਜਾਂ ਸਬਸਕ੍ਰਾਈਬਡ ਕਰਕੇ ਉਸ ਨੂੰ ਪਾਰਟੀਸ਼ਨ ਨਹੀਂ ਕੀਤਾ ਸੀ, ਤਾਂ ਅਸੀਂ ਇਸੇ ਨੂੰ ਹੀ ਪੇਡ ਅਪ ਮੰਨਾਂਗੇ। ਔਰ ਦੇਖੋ ਮੈਂ 10 ਲੱਖ ਦੀ ਵੈਲਿਊ ਨੂੰ ਹੀ ਕੈਲਕੂਲੇਟ ਕਰਕੇ ਇੱਥੇ ਮੈਂਸ਼ਨ ਕਰ ਲਿਆ ਤੁਹਾਡੇ ਕੋਲ ਵੀ 1 ਲੱਖ ਦੇ ਇਕੁਇਟੀ ਸ਼ੇਅਰ ਹੋਣਗੇ ਔਰ @10 ਅਤੇ ਤੁਹਾਡੇ ਕੋਲ 10 ਲੱਖ ਦਾ ਜਿਹੜਾ ਹੈ ਕੈਪੀਟਲ ਜਿਹੜੀ ਹੈ ਉਹ ਰੈਡੀ ਹੋ ਜਾਏਗੀ। ਦੂਸਰਾ ਨੋਟ ਮੈਂ ਬਣਾਇਆ ਹੋਇਆ ਰਿਜ਼ਰਵ ਐਂਡ ਸਰਪਲਸ ਦੇ ਲਈ। ਦੇਖੋ ਸਰਪਲਸ ਤੁਹਾਡੇ ਟਰਾਇਲ ਬੈਲੈਂਸ ਦੇ ਵਿੱਚ ਜੋ ਸਰਪਲਸ ਦਿੱਤਾ ਹੋਇਆ 3,60,000 ਦਿੱਤਾ ਹੋਇਆ, ਸਰਪਲਸ ਦੇ ਉੱਤੇ ਤੁਸੀਂ ਕੁਝ ਨਹੀਂ ਕਰਨਾ, ਉਹ ਐਜ਼ ਇਟ ਇਜ਼ ਬੈਲੈਂਸ ਤੁਹਾਡਾ ਜਾਏਗਾ ਜਿੰਨਾ ਤੁਹਾਨੂੰ ਮੈਂਸ਼ਨ ਕੀਤਾ ਹੋਏਗਾ ਸਰਪਲਸ। ਜੋ ਪ੍ਰੋਫਿਟ ਹੋਏਗਾ ਕਰੰਟ ਈਅਰ ਦਾ ਪ੍ਰੋਫਿਟ ਹੋਏਗਾ ਉਹਦੇ ਵਿੱਚ ਤੁਸੀਂ ਜ਼ਰੂਰ ਕੈਲਕੂਲੇਸ਼ਨ ਕਰਨੀ ਹੈ। ਦੇਖੋ ਪ੍ਰੋਫਿਟ ਫॉर ਦੀ ਈਅਰ ਜੋ ਅਸੀਂ ਸਟੇਟਮੈਂਟ ਆਫ P&L ਦੇ ਵਿੱਚ ਕੈਲਕੂਲੇਟ ਕੀਤਾ ਸੀ 3,60,000 ਦਾ, ਉਹ ਮੈਂ ਲਿਖਿਆ। ਇੰਟੈਰਮ ਡਿਵੀਡੈਂਡ ਪੇਡ ਸਾਡੇ ਟਰਾਇਲ ਬੈਲੈਂਸ ਦੇ ਵਿੱਚ 50,000 ਪਾਇਆ ਹੋਇਆ ਸੀ, ਉਹ ਅਸੀਂ ਲਿਖ ਲਿਆ ਲੈਸ ਕਰਕੇ। ਫਾਈਨਲ ਡਿਵੀਡੈਂਡ ਉਹਨਾਂ ਨੇ ਕਿਹਾ ਸੀ ਕਿ 15% ਦੇਣਾ ਹੈ। ਠੀਕ ਹੈ, ਉਹਦੇ ਵਿੱਚ ਨਾਲ ਇੱਕ ਵਰਡ ਲਿਖਿਆ ਹੋਇਆ ਸੀ ਕਿ ਐਕਸਕਲੂਡਿੰਗ, ਕਿ ਇਹਦੇ ਵਿੱਚ ਇੰਟੈਰਮ ਡਿਵੀਡੈਂਡ ਦੀ ਗੱਲ ਨਹੀਂ ਕੀਤੀ ਹੋਈ, ਤਾਂ ਮਤਲਬ ਇੰਟੈਰਮ ਡਿਵੀਡੈਂਡ ਅਲੱਗ ਤੋਂ ਦਿੱਤਾ ਹੋਇਆ। ਇੰਟੈਰਮ ਡਿਵੀਡੈਂਡ 50,000 ਦਾ ਅਸੀਂ ਲਿਖ ਲਿਆ। 10 ਲੱਖ ਦੀ ਸਾਡੀ ਕੈਪੀਟਲ ਸੀ, ਉਹਦੇ 'ਤੇ 15% ਚਾਰਜ ਕੀਤਾ ਤਾਂ 1,50,000 ਦਾ ਫਾਈਨਲ ਡਿਵੀਡੈਂਡ ਵੀ ਬਣ ਕੇ ਤਿਆਰ ਹੋ ਗਿਆ। ਐਂਡ ਕਾਰਪੋਰੇਟ ਡਿਵੀਡੈਂਡ ਟੈਕਸ ਦੇਖੋ ਮੈਂ 2 ਲੱਖ 'ਤੇ ਲਗਾਇਆ। 2 ਲੱਖ 'ਤੇ ਕਿਵੇਂ ਲਗਾਇਆ, 50,000 ਦਾ ਇੰਟੈਰਮ ਡਿਵੀਡੈਂਡ ਸੀ ਅਤੇ 1,50,000 ਦਾ ਫਾਈਨਲ ਡਿਵੀਡੈਂਡ, ਦੋਵਾਂ ਨੂੰ ਜੋੜ ਕੇ ਬਣ ਗਿਆ 2 ਲੱਖ। ਅਤੇ ਡਿਵੀਡੈਂਡ ਦੇ ਉੱਤੇ ਟੈਕਸ ਲੱਗਦਾ ਹੈ ਤਾਂ ਇਹ ਕਾਰਪੋਰੇਟ ਡਿਵੀਡੈਂਡ ਟੈਕਸ 17%, ਤੁਸੀਂ 34,000 ਲਗਾ ਦਿੱਤਾ। ਇੱਕ ਹੋਰ ਚੀਜ਼ ਗੱਲ ਸੁਣੋ ਬੇਟੇ ਵੀ ਪ੍ਰੋਫਿਟ ਫॉर ਦੀ ਈਅਰ ਦੇ ਵਿੱਚ ਇਹ ਤਾਂ ਡਿਵੀਡੈਂਡ ਦੀ ਟ੍ਰਾਂਸੈਕਸ਼ਨਸ ਨੇ, ਇਹਦੇ ਵਿੱਚ ਤੁਸੀਂ ਟ੍ਰਾਂਸਫਰ ਟੂ ਰਿਜ਼ਰਵ ਵੀ ਕਰਦੇ ਹੋ। ਜੇ ਤੁਹਾਡੀ ਐਡਜਸਟਮੈਂਟ ਦੇ ਵਿੱਚ ਲਿਖਿਆ ਹੁੰਦਾ ਨਾ ਕਿ 25% ਰਿਜ਼ਰਵ ਨੂੰ ਟ੍ਰਾਂਸਫਰ ਕਰ ਦਿਓ, ਤਾਂ ਮੈਂ ਉਹ ਵੀ ਇੱਥੇ ਲੈਸ ਕਰਨਾ ਸੀ। ਟ੍ਰਾਂਸਫਰ ਟੂ ਰਿਜ਼ਰਵ ਲਿਖ ਕੇ ਜਿੰਨੇ % ਕਿਹਾ ਹੋਣਾ ਪ੍ਰੋਫਿਟ ਦੇ ਉੱਤੇ ਕੈਲਕੂਲੇਟ ਕਰਨਾ ਸੀ। 3,60,000 ਦੇ ਉੱਤੇ 19% ਕੈਲਕੂਲੇਟ ਕਰਕੇ ਉਹ ਵੀ ਰਿਜ਼ਰਵ ਲੈਸ ਹੋਣਾ ਸੀ ਇੱਥੋਂ। ਠੀਕ ਹੈ, ਇੱਥੋਂ ਲੈਸ ਹੋਣਾ ਸੀ। ਅਤੇ ਜੇਕਰ ਰਿਜ਼ਰਵ ਦਾ ਜਿਵੇਂ ਸਰਪਲਸ ਦਾ ਇੱਥੇ ਬੈਲੈਂਸ ਦਿੱਤਾ ਹੋਇਆ, ਰਿਜ਼ਰਵ ਦਾ ਵੀ ਬੈਲੈਂਸ ਦਿੱਤਾ ਹੁੰਦਾ ਤਾਂ ਉਹਦੇ ਵਿੱਚ ਉਹ ਵੈਲਿਊ ਐਡ ਹੋ ਜਾਣੀ ਸੀ, ਰਿਜ਼ਰਵ ਵੱਧ ਜਾਣੇ ਸੀ ਫਿਰ। ਠੀਕ ਹੈ, ਕਿ ਜੇ ਰਿਜ਼ਰਵ ਪਹਿਲਾਂ ਟਰਾਇਲ ਬੈਲੈਂਸ 'ਚ 20,000 ਦੇ ਦਿੱਤੇ ਹੁੰਦੇ
ਔਰ ਇਸ ਸਾਲ ਦੇ ਪ੍ਰੋਫਿਟ ਦੇ ਵਿੱਚੋਂ 10,000 ਹੋਰ ਮਿਲ ਜਾਂਦੇ ਤਾਂ ਟੋਟਲ 30,000 ਦੇ ਰਿਜ਼ਰਵ ਤੁਸੀਂ ਆਪਣੇ ਇਸ ਨੋਟ B ਦੇ ਵਿੱਚ ਸ਼ੋ ਕਰਨੇ ਸੀ, ਔਰ ਪ੍ਰੋਫਿਟ ਦੇ ਵਿੱਚੋਂ ਉਹਨਾਂ ਤੁਹਾਡਾ 10,000 ਟ੍ਰਾਂਸਫਰ ਟੂ ਰਿਜ਼ਰਵ ਦੇ ਨਾਮ ਨਾਲ ਲੈਸ ਵੀ ਹੋਣਾ ਚਾਹੀਦਾ ਸੀ। ਠੀਕ ਹੈ, ਤਾਂ ਇਸ ਦੀ ਕੈਲਕੂਲੇਸ਼ਨ ਮੈਂ ਇਸ ਤਰੀਕੇ ਕਰਕੇ ਸਾਡੇ ਕੋਲ ਰਿਜ਼ਰਵ ਐਂਡ ਸਰਪਲਸ ਦਾ ਜਿਹੜਾ ਨੋਟ ਦਾ ਟੋਟਲ ਆ ਗਿਆ 4,86,000। ਫਿਰ ਬਣਾਇਆ ਹੋਇਆ ਨੋਟ C ਅਦਰ ਕਰੰਟ ਲਾਇਬਿਲਿਟੀਜ਼ ਦੇ ਲਈ। ਅਦਰ ਕਰੰਟ ਲਾਇਬਿਲਿਟੀਜ਼ ਜਿਵੇਂ ਕਿ ਬੈਂਕ ਲੋਨ ਰੇਜ਼ ਕੀਤਾ ਗਿਆ ਸੀ ਉਹ ਲਿਆ। ਇਹਦੇ ਵਿੱਚ ਤੁਸੀਂ ਸਿਰਫ ਇੰਟਰਸਟ ਦੀ ਹੀ ਕੈਲਕੂਲੇਸ਼ਨ ਲਿਖਣੀ ਹੈ, ਇੰਟਰਸਟ, ਕਿਉਂਕਿ ਬੈਂਕ ਲੋਨ ਤਾਂ ਆਲਰੇਡੀ ਤੁਹਾਡੀਆਂ ਬੁੱਕਸ ਦੇ ਵਿੱਚ ਹੈਗਾ ਹੀ ਹੈ। ਠੀਕ ਹੈ, ਤਾਂ ਸਿਰਫ ਜੋ ਨਵੀਂ ਕੈਲਕੂਲੇਸ਼ਨ ਹੁੰਦੀ ਹੈ ਉਹ ਤੁਸੀਂ ਉਹਦੇ ਲਈ ਨੋਟ ਬਣਾਉਂਦੇ ਹੋ। ਤਾਂ ਇੰਟਰਸਟ ਔਨ ਬੈਂਕ ਲੋਨ ਦੇਖੋ ਮੈਂ ਇੱਥੇ ਕੈਲਕੂਲੇਟ ਕੀਤਾ ਹੋਇਆ 2 ਲੱਖ ਦਾ 12%, 6 ਮਹੀਨਿਆਂ ਦੇ ਲਈ 12,000। ਉਸ ਤੋਂ ਅੱਗੇ ਤੁਹਾਡੇ ਕੋਲ ਨੋਟ D ਬਣ ਕੇ ਤਿਆਰ ਹੋ ਗਿਆ, ਜਿਹੜਾ ਕਿ ਸ਼ਾਰਟ ਟਰਮ ਪ੍ਰੋਵੀਜ਼ਨਸ ਦੇ ਨਾਮ ਨਾਲ ਰੈਡੀ ਹੋਏਗਾ, ਜਿਹਦੇ ਵਿੱਚ ਕਿ ਤੁਸੀਂ ਸਾਰੇ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਨੂੰ ਹੀ ਲਿਖਣਾ। ਠੀਕ ਹੈ, ਇੱਥੇ ਪ੍ਰੋਵੀਜ਼ਨ ਨਿਊ ਪ੍ਰੋਵੀਜ਼ਨ ਬੈਡ ਡੈਟਸ ਨਹੀਂ ਆਏਗੀ ਕਿਉਂਕਿ ਉਹ ਐਸਿਟ ਹੈ, ਇਹਨਾਂ ਦਾ ਫਰਕ ਸਮਝਣਾ। ਜੋ ਬੈਡ ਡੈਟਸ ਹੈ ਉਹ ਐਸਿਟ ਹੈ ਤਾਂ ਉਹ ਐਸਿਟ ਵਾਲੇ ਕਾਲਮ ਦੇ ਵਿੱਚ ਹੀ ਜਾਏਗਾ। ਇੱਥੇ ਕੱਲੀਆਂ ਲਾਇਬਿਲਿਟੀਜ਼ ਵਾਲੀਆਂ ਪ੍ਰੋਵੀਜ਼ਨਸ ਦੀ ਗੱਲ ਹੋਏਗੀ, ਜਿਵੇਂ ਕਿ ਪ੍ਰੋਵੀਜ਼ਨ ਫॉर ਟੈਕਸ, ਪ੍ਰਪੋਜ਼ਡ ਡਿਵੀਡੈਂਡ। ਠੀਕ ਹੈ, ਇਹ ਪ੍ਰਪੋਜ਼ ਡਿਵੀਡੈਂਡ ਵੀ ਤੁਹਾਡਾ ਪ੍ਰੋਵੀਜ਼ਨ ਫॉर ਡਿਵੀਡੈਂਡ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਪ੍ਰਪੋਜ਼ ਡਿਵੀਡੈਂਡ ਹੈ 1,50,000 ਜੋ ਤੁਸੀਂ ਹੁਣ ਕੈਲਕੂਲੇਟ ਕੀਤਾ ਇਸ ਸਾਲ ਦਾ। ਕਾਰਪੋਰੇਟ ਡਿਵੀਡੈਂਡ ਟੈਕਸ ਜੋ ਤੁਸੀਂ ਇਸ ਸਾਲ ਕੈਲਕੂਲੇਟ ਕੀਤਾ 34,000 ਦਾ, ਔਰ ਪ੍ਰੋਵੀਜ਼ਨ ਫॉर ਟੈਕਸ ਵੀ ਤੁਸੀਂ ਇਸੇ ਸਾਲ ਕੈਲਕੂਲੇਟ ਕੀਤਾ ਸੀ, ਦੇਖੋ 2,40,000 ਦਾ। ਠੀਕ ਹੈ, ਤਾਂ ਜੋ ਤੁਸੀਂ ਇਸ ਸਾਲ ਨਵੀਂ ਕੈਲਕੂਲੇਸ਼ਨ ਕੀਤੀ ਹੈ ਸਿਰਫ ਉਸੇ ਦਾ ਹੀ ਨੋਟ ਬਣੇਗਾ। ਇੱਕ ਚੀਜ਼ ਸਭ ਦੇ ਦਿਮਾਗ 'ਚ ਆ ਰਹੀ ਹੋਏਗੀ ਕਿ ਇੰਟਰਮ ਡਿਵੀਡੈਂਡ ਇੱਥੇ ਕਿਉਂ ਨਹੀਂ ਲਿਖਿਆ ਗਿਆ, ਉਹ ਵੀ ਤਾਂ ਪ੍ਰੋਵੀਜ਼ਨ ਦੇ ਅੰਡਰ ਹੀ ਜਾਂਦਾ। ਕਿਉਂ ਨਹੀਂ ਲਿਖਿਆ ਗਿਆ ਬੇਟੇ? ਕਿਉਂਕਿ ਇੰਟਰਮ ਡਿਵੀਡੈਂਡ ਪੇਡ ਪਾ ਕੇ ਤੁਹਾਡੇ ਟਰਾਇਲ ਬੈਲੈਂਸ ਦੇ ਵਿੱਚ ਆਲਰੇਡੀ ਸ਼ੋ ਕੀਤਾ ਹੋਇਆ ਸੀ, ਔਰ ਅਕਾਊਂਟਸ ਦਾ ਇਹ ਰੂਲ ਹੁੰਦਾ ਵੀ ਤੁਸੀਂ ਹਰ ਚੀਜ਼ ਦੇ ਲਈ ਡਬਲ ਐਂਟਰੀ ਸਿਸਟਮ ਫੋਲੋ ਕਰਦੇ ਹੋ। ਅਗਰ ਕੋਈ ਚੀਜ਼ ਤੁਹਾਡੇ ਟਰਾਇਲ ਬੈਲੈਂਸ ਦੇ ਵਿੱਚ ਆਲਰੇਡੀ ਲਿਖੀ ਹੋਈ ਹੈ, ਨਾਲ ਪੇਡ ਵਰਡ ਵੀ ਮੈਂਸ਼ਨ ਹੈ, ਇਹਦਾ ਮਤਲਬ ਹੈ ਕਿ ਉਹਦੀ ਐਂਟਰੀ ਹੋ ਚੁੱਕੀ ਹੈ, ਤੁਸੀਂ ਉਹਨੂੰ ਦੁਬਾਰਾ ਇਸ ਸਾਲ ਨਹੀਂ ਨੋਟ ਕਰੋਗੇ। ਠੀਕ ਹੈ, ਜੋ ਤੁਸੀਂ ਹੁਣ ਨਵੀਂ ਇਸ ਸਾਲ ਦੀ ਕੈਲਕੂਲੇਸ਼ਨ ਕਰ ਰਹੇ ਹੋ 2014-15 ਵਾਲੇ ਸੈਸ਼ਨ ਦੀ, ਸਿਰਫ ਉਹੀ ਚੀਜ਼ਾਂ ਇੱਥੇ ਨੋਟ ਹੋਣਗੀਆਂ। ਜੋ ਚੀਜ਼ਾਂ ਆਲਰੇਡੀ ਯੂਜ਼ ਹੋ ਚੁੱਕੀਆਂ ਨੇ ਉਹਨਾਂ ਨੂੰ ਇੱਥੇ ਨਹੀਂ ਪਾਉਣਾ। ਜੇ ਅਸੀਂ ਖੁਦ ਇਸ ਸਾਲ ਕੈਲਕੂਲੇਟ ਕਰਦੇ ਇੰਟਰਮ ਡਿਵੀਡੈਂਡ, ਫਿਰ ਅਸੀਂ ਇੱਥੇ ਸ਼ਾਰਟ ਟਰਮ ਪ੍ਰੋਵੀਜ਼ਨ ਦੇ ਵਿੱਚ ਇੰਟਰਮ ਡਿਵੀਡੈਂਡ ਦੇ ਨਾਮ ਦੇ ਨਾਲ ਇੱਕ ਲਾਈਨ ਹੋਰ ਲਿਖਣੀ ਸੀ, ਬਟ ਹੁਣ ਇੱਥੇ ਲਿਖਣ ਦੀ ਲੋੜ ਨਹੀਂ ਹੈ ਕਿਉਂਕਿ ਇੰਟਰਮ ਡਿਵੀਡੈਂਡ ਆਲਰੇਡੀ ਯੂਜ਼ਡ ਹੋ ਚੁੱਕਿਆ। ਅਗਲਾ ਨੋਟ E ਫਿਕਸਡ ਐਸਿਡ ਦੇ ਨਾਮ ਦੇ ਨਾਲ ਬਣਾਵਾਂਗੀ। ਦੇਖੋ ਬਿਲਡਿੰਗ, ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਪ੍ਰੋਵੀਜ਼ਨ ਫॉर ਡੈਪਰੀਸੀਏਸ਼ਨ ਦੇ ਨਾਮ ਨਾਲ ਸਾਡੇ ਕੋਲ ਪਿਛਲੇ ਸਾਲ ਦੀ ਜੋ ਡਿਵੀਡੈਂਡ ਉਹਨਾਂ ਨੇ ਡੈਪਰੀਸੀਏਸ਼ਨ ਪਾਈ ਸੀ ਉਹ ਨੋਟ ਡਾਊਨ ਹੈ, ਮੈਂ ਉਸ ਨੂੰ ਵੀ ਲੈਸ ਕਰਾਂਗੀ ਇੱਥੇ। ਬਿਲਡਿੰਗ ਦੀ ਟੋਟਲ ਵੈਲਿਊ ਸੀ 5 ਲੱਖ, ਤਾਂ ਪਿਛਲੇ ਸਾਲ ਦੀ ਅਕਮੂਲੇਟਡ ਡੈਪਰੀਸੀਏਸ਼ਨ ਦੇ ਨਾਮ ਦੇ ਨਾਲ ਸ਼ੋ ਕੀਤੀ 80,000, ਔਰ ਇਸ ਸਾਲ ਦੀ ਡੈਪਰੀਸੀਏਸ਼ਨ ਫॉर ਦੀ ਈਅਰ 25,000 ਸ਼ੋ ਕਰਕੇ ਦੋਨਾਂ ਵੈਲਿਊਜ਼ ਨੂੰ ਲੈਸ ਕਰਕੇ ਵੈਲਿਊ ਬਣ ਗਈ 3,95,000। ਪਲਾਂਟ ਐਂਡ ਮਸ਼ੀਨਰੀ ਦੇ ਲਈ ਵੀ ਸੇਮ ਇਸੇ ਤਰ੍ਹਾਂ ਉਸ ਦੀ ਬੁੱਕ ਵੈਲਿਊ ਲਿਖੀ 15,50,000, ਤੇ ਉਸ ਤੋਂ ਬਾਅਦ ਤੁਸੀਂ ਦੇਖੋ 15,50,000 ਬੇਟੇ ਕਿਵੇਂ ਆਇਆ ਹੈ? ਤੁਸੀਂ ਇੱਕ ਚੀਜ਼ ਪਰਚੇਜ਼ ਵਾਲੇ ਨੋਟ ਦੇ ਵਿੱਚ ਦੇਖੀ ਸੀਗੀ ਕਿ ਉੱਥੇ ਲਿਖਿਆ ਸੀ ਤੁਹਾਡੀ ਇੱਕ ਐਡਜਸਟਮੈਂਟ ਦੇ ਵਿੱਚ ਕਿ 50,000 ਦੀ ਇੱਕ ਮਸ਼ੀਨਰੀ ਸੀ ਜਿਹੜੀ ਕਿ ਪਰਚੇਜ਼ ਅਕਾਊਂਟ 'ਚ ਰੋਂਗਲੀ ਡੈਬਿਟਡ ਸੀਗੀ। ਉੱਥੇ ਰੋਂਗਲੀ ਡੈਬਿਟਡ ਸੀ, ਲੇਕਿਨ ਉਹ ਪਰਚੇਜ਼ ਪਲਾਂਟ ਐਂਡ ਮਸ਼ੀਨਰੀ ਅਕਾਊਂਟ 'ਚ ਜਾਣੀ ਚਾਹੀਦੀ ਸੀ। ਇਸ ਕਰਕੇ ਉਸ ਮਸ਼ੀਨਰੀ ਦੀ ਵੈਲਿਊ ਨੂੰ ਮੈਂ ਇੱਥੇ ਨੋਟ ਡਾਊਨ ਕਰ ਲਿਆ, ਤੇ ਦੇਖੋ ਟੋਟਲ ਵੈਲਿਊ 15,50,000 ਬਣ ਗਈ। 15 ਲੱਖ ਆਲਰੇਡੀ ਸੀ, 50,000 ਜੋ ਗਲਤੀ ਨਾਲ ਉੱਥੇ ਡੈਬਿਟ ਹੋਈ ਸੀ ਅਸੀਂ ਉੱਥੋਂ ਲੈਸ ਕਰ ਲਈ, ਇੱਥੇ ਅਸੀਂ ਐਡ ਕਰ ਲਿਆ ਕਿਉਂਕਿ ਮਸ਼ੀਨਰੀ ਇੱਕ ਐਸਿਡ ਹੈ ਔਰ ਐਸਿਡ ਅਕਾਊਂਟ 'ਚ ਉਹਦੀ ਜਗ੍ਹਾ ਬਣਨੀ ਸੀ, ਉਹ ਤੁਸੀਂ ਇੱਥੇ ਨੋਟ ਕਰ ਲਿਆ। ਅਕਾਮੂਲੇਟਡ ਡੈਪਰੀਸੀਏਸ਼ਨ ਪਿਛਲੇ ਸਾਲ ਦੀ ਤੁਸੀਂ ਲੈਸ ਕਰੋਗੇ, ਨਾਲ ਦੇ ਨਾਲ ਇਸ ਸਾਲ ਦੀ ਡੈਪਰੀਸੀਏਸ਼ਨ ਲੈਸ ਕਰੋਗੇ, ਵੈਲਿਊ ਤੁਹਾਡੇ ਕੋਲ ਹੈ, ਔਰ ਟੋਟਲ ਇਸ ਨੋਟ ਦਾ ਕਾਲਮ ਟੋਟਲ 15 ਲੱਖ ਜਿਹੜਾ ਤੁਹਾਡੇ ਕੋਲ ਬਣ ਜਾਏਗਾ। ਫਿਰ ਨੋਟ F ਮੈਂ ਓਪਨ ਕੀਤਾ, ਟਰੇਡ ਰਿਸੀਵੇਬਲ। ਟਰੇਡ ਰਿਸੀਵੇਬਲ ਕੀ ਹੁੰਦੇ ਨੇ? ਡੈਬਿਟਰਸ ਦੇ ਲੈ ਕੇ ਆ ਜਾਂਦਾ ਇਹਨਾਂ ਨੂੰ। ਠੀਕ ਹੈ, ਸੰਡਰੀ ਡੈਬਿਟਰਸ 5 ਲੱਖ ਦੇ ਗਿਵਨ ਸੀ। ਰਾਈਟ ਆਫ ਬੈਡ ਡੈਟਸ ਦੇਖੋ ਜਿਹਦੀ ਮੈਂ ਗੱਲ ਤੁਹਾਨੂੰ ਪਿੱਛੇ ਵੀ ਕਰਕੇ ਹਟੀ ਹਾਂ, ਉਹ ਸਾਨੂੰ ਕੁਐਸਚਨ 'ਚ ਨਹੀਂ ਦਿੱਤੇ ਹੋਏ ਸੀ, ਜੇਕਰ ਦਿੱਤੇ ਹੁੰਦੇ ਫਿਰ ਅਸੀਂ ਇੱਥੇ ਲੈਸ ਕਰਨੀ ਸੀ। ਮੈਂ ਇੱਥੇ ਨਿਲ ਲਿਖ ਲਿਆ। ਨਵੀਂ ਪ੍ਰੋਵੀਜ਼ਨ ਇੱਥੋਂ ਲੈਸ ਹੋਏਗੀ ਜੋ ਅਸੀਂ ਨਵੀਂ ਕੈਲਕੂਲੇਟ ਕੀਤੀ ਸੀ ਨੋਟ ਨੰਬਰ 4 ਦੇ ਵਿੱਚ 10,000 ਦੀ, ਉਹ ਇੱਥੇ ਲੈਸ ਕਰਕੇ ਸਾਡੇ ਕੋਲ ਬੈਲੈਂਸ 4,90,000 ਬਣ ਕੇ ਬਾਹਰ ਆ ਗਿਆ। ਨੋਟ G ਸ਼ਾਰਟ ਟਰਮ ਲੋਨ ਐਂਡ ਐਡਵਾਂਸਿਸ ਦੇ ਲਈ ਜੋ ਗੱਲ ਮੈਂ ਤੁਹਾਨੂੰ ਤੁਹਾਡੀ ਟਰਾਇਲ ਬੈਲੈਂਸ ਦੇ ਵਿੱਚ ਕੁਐਸਚਨ ਪੜ੍ਹਨ ਟਾਈਮ 'ਤੇ ਵੀ ਦਿਖਾਈ ਸੀ ਕਿ ਐਡਵਾਂਸ ਟੈਕਸਿਸ ਕੰਪਨੀ ਦੇ ਲਈ ਇੱਕ ਐਸਿਡ ਦੇ ਤੌਰ 'ਤੇ ਵਰਤੇ ਜਾਂਦੇ ਨੇ, ਤਾਂ ਐਡਵਾਂਸ ਟੈਕਸਿਸ 35,000 ਤੁਸੀਂ ਐਜ਼ ਇਟ ਇਜ਼ ਆਪਣੇ ਐਸਿਡ ਵਾਲੇ ਕਾਲਮ 'ਚ ਲਿਖ ਲਵੋਗੇ। ਹੁਣ ਦੇਖੋ ਬੈਲੈਂਸ ਸ਼ੀਟ ਫਾਈਨਲ ਜੋ ਤੁਹਾਡਾ ਜਿਸ ਦੇ ਬਾਰੇ ਤੁਹਾਨੂੰ ਕੁਐਸਚਨ ਪੁੱਛਿਆ ਗਿਆ ਹੈ, RS ਲਿਮਟਿਡ ਬੈਲੈਂਸ ਸ਼ੀਟ ਐਜ਼ ਔਨ 31 ਮਾਰਚ 2015। ਦੋ ਤਰ੍ਹਾਂ ਦੇ ਤੁਹਾਡੇ ਕੋਲ ਜਿਹੜੇ ਮੇਨ ਹੈਡ ਹੁੰਦੇ ਨੇ, ਇੱਕ ਹੁੰਦਾ ਇਕੁਇਟੀ ਐਂਡ ਲਾਇਬਿਲਿਟੀ, ਦੂਸਰਾ ਹੁੰਦਾ ਐਸਿਡ। ਠੀਕ ਹੈ, ਇਕੁਇਟੀ ਐਂਡ ਲਾਇਬਿਲਿਟੀ ਦੇ ਵਿੱਚ
ਤਿੰਨ ਚੀਜ਼ਾਂ ਆਉਂਦੀਆਂ ਨੇ, ਇੱਕ ਹੁੰਦੇ ਆ ਸ਼ੇਅਰ ਹੋਲਡਰ ਫੰਡ, ਨੌਨ ਕਰੰਟ ਲਾਇਬਿਲਿਟੀ ਤੇ ਕਰੰਟ ਲਾਇਬਿਲਿਟੀ। ਪਹਿਲੀ ਜਿਹੜੀ ਚੀਜ਼ ਹੈ ਸ਼ੇਅਰ ਹੋਲਡਰ ਫੰਡ ਦੇ ਵਿੱਚ ਦੋ ਚੀਜ਼ਾਂ ਹੋਣਗੀਆਂ, ਸ਼ੇਅਰ ਕੈਪੀਟਲ ਤੇ ਰਿਜ਼ਰਵ ਸਰਪਲਸ। ਸ਼ੇਅਰ ਕੈਪੀਟਲ ਦੇ ਲਈ ਅਸੀਂ ਨੋਟ ਨੰਬਰ A ਬਣਾਇਆ ਹੋਇਆ ਸੀ, ਉਸ ਦਾ ਬੈਲੈਂਸ ਲਿਖ ਲਵਾਂਗੇ। ਨੋਟ B ਰਿਜ਼ਰਵ ਸਰਪਲਸ ਦੇ ਲਈ ਬਣਾਇਆ ਹੋਇਆ ਸੀ, ਉਹ ਵਾਲਾ ਬੈਲੈਂਸ ਅਸੀਂ ਆਪਣੀ ਬੈਲੈਂਸ ਸ਼ੀਟ ਦੇ ਵਿੱਚ ਲੈ ਜਾਵਾਂਗੇ। ਫਿਰ ਦੇਖੋ ਸੈਕਿੰਡ ਨੰਬਰ ਜਿਹੜੀ ਇਹਦੇ 'ਚ ਪੁਆਇੰਟ ਹੈ ਨੌਨ ਕਰੰਟ ਲਾਇਬਿਲਿਟੀ। ਠੀਕ ਹੈ, ਕਰੰਟ ਦਾ ਮਤਲਬ ਕੀ ਹੁੰਦਾ ਹੈ, 1 ਸਾਲ ਦੇ ਪੀਰੀਅਡ ਵਾਲੀ ਗੱਲ ਹੈ ਨਾ। ਨੌਨ ਕਰੰਟ ਕੀ ਹੈ ਕਿ ਜਿਹੜਾ ਟਾਈਮ ਪੀਰੀਅਡ 1 ਸਾਲ ਤੋਂ ਵੱਧ ਹੋਵੇ। ਤਾਂ ਅਗਰ ਬੈਂਕ ਦਾ ਲੋਨ ਲੈ ਰਹੇ ਹੋ ਤਾਂ 1 ਸਾਲ ਵਾਸਤੇ ਤਾਂ ਨਹੀਂ ਲਓਗੇ ਨਾ, ਤੁਸੀਂ ਉਹਨੂੰ 5 ਜਾਂ 6 ਸਾਲਾਂ ਵਾਸਤੇ ਲਿਆ ਹੋਏਗਾ, ਤਾਂ ਇਸ ਕਰਕੇ ਉਹ ਨੌਨ ਕਰੰਟ ਦੀ ਕੈਟਾਗਰੀ 'ਚ ਚਲਿਆ ਗਿਆ। ਲੌਂਗ ਟਰਮ ਬੋਰਿੰਗ ਮੈਂ ਉਹਦੇ ਨੀਚੇ ਸਪੈਸ਼ਲ ਕਰਕੇ ਲਿਖਿਆ ਹੋਇਆ। 12% ਬੈਂਕ ਲੋਨ ਦੇਖੋ 2 ਲੱਖ ਦਾ ਤੁਸੀਂ ਇੱਥੇ ਨੋਟ ਕਰ ਲਿਆ। ਠੀਕ ਹੈ, ਉਸ ਤੋਂ ਬਾਅਦ ਹੈ ਤੁਹਾਡੇ ਕੋਲ ਕਰੰਟ ਲਾਇਬਿਲਿਟੀ ਹੈਡ, ਜਿਹੜਾ ਕਿ ਇੱਕ ਸਾਲ ਦੇ ਪੀਰੀਅਡ ਵਾਸਤੇ ਤੁਹਾਡੀਆਂ ਲਾਇਬਿਲਿਟੀਜ਼ ਕ੍ਰੀਏਟ ਹੁੰਦੀਆਂ ਨੇ, ਉਹ ਵਾਲੀਆਂ। ਸੰਡਰੀ ਕ੍ਰੈਡੀਟਰਸ ਤੁਹਾਨੂੰ ਤੁਹਾਡੇ ਕੁਐਸਚਨ ਦੇ ਟ੍ਰਾਇਲ ਬੈਲੈਂਸ ਦੇ ਵਿੱਚ ਆਲਰੇਡੀ ਦਿੱਤਾ ਹੋਇਆ ਸੀ, ਉਹ ਅਸੀਂ ਉਵੇਂ ਲਿਖ ਲਿਆ। ਅਦਰ ਕਰੰਟ ਲਾਇਬਿਲਿਟੀਜ਼ ਦੇ ਲਈ ਨੋਟ ਨੰਬਰ C ਐਂਡ ਸ਼ਾਰਟ ਟਰਮ ਪ੍ਰੋਵੀਜ਼ਨ ਦੇ ਲਈ ਨੋਟ ਨੰਬਰ D ਅਸੀਂ ਆਲਰੇਡੀ ਬਣਾ ਚੁੱਕੇ ਸੀ। ਅਦਰ ਕਰੰਟ ਲਾਇਬਿਲਿਟੀਜ਼ ਦੇ ਵਿੱਚ ਤੁਸੀਂ ਇੰਟਰਸਟ ਔਨ ਬੈਂਕ ਲੋਨ ਲਿਖਿਆ ਸੀ, ਸ਼ਾਰਟ ਟਰਮ ਪ੍ਰੋਵੀਜ਼ਨ ਦੇ ਵਿੱਚ ਤੁਸੀਂ ਸਾਰੀਆਂ ਪ੍ਰੋਵੀਜ਼ਨ ਤੇ ਡਿਵੀਡੈਂਡ ਦਾ ਗੱਲ ਲਿਖੀ ਹੋਈ ਸੀ, ਉਹਨਾਂ ਦੀ ਵੈਲਿਊਜ਼ ਨੂੰ ਨੋਟ ਕਰ ਲਓਗੇ। ਅਤੇ ਤਿੰਨੋਂ ਲਾਇਬਿਲਿਟੀਜ਼ ਦੀਆਂ ਚੀਜ਼ਾਂ ਨੂੰ ਐਡ ਕਰਕੇ ਤੁਹਾਡੇ ਕੋਲ ਟੋਟਲ ਆ ਜਾਏਗਾ ਲਾਇਬਿਲਿਟੀ ਸਾਈਡ ਦਾ 22,82,000। ਹੁਣ ਬਣਾਵਾਂਗੇ ਅਸੀਂ ਦੂਸਰੇ, ਜੋ ਤੁਹਾਡਾ ਹੈਡ ਹੈ ਐਸਿਡ। ਦੋ ਹੀ ਹੈਡ ਹੁੰਦੇ ਨੇ, ਇਕੁਇਟੀ ਲਾਇਬਿਲਿਟੀ ਇੱਕ ਹੈਡ ਹੋਏਗਾ, ਦੂਸਰਾ ਹੈਡ ਹੈ ਐਸਿਡ। ਔਰ ਦੋਨਾਂ ਹੈਡ ਦੇ ਵਿੱਚ ਉਹਨਾਂ ਦੀਆਂ ਅਲੱਗ-ਅਲੱਗ ਪੁਆਇੰਟਸ ਨੇ। ਇਕੁਇਟੀ ਲਾਇਬਿਲਿਟੀ ਦੇ ਵਿੱਚ 3 ਪੁਆਇੰਟ ਹੁੰਦੇ ਨੇ, ਐਸਿਡ ਦੇ ਵਿੱਚ ਸਿਰਫ 2 ਹੀ ਪੁਆਇੰਟ ਹੋਣਗੇ। ਪਹਿਲਾ ਹੋਏਗਾ ਨੌਨ ਕਰੰਟ ਐਸਿਡ, ਜਿਹਦੇ ਵਿੱਚ ਕਿ ਫਿਕਸਡ ਐਸਿਡ ਆਉਣਗੇ। ਸੇਮ ਹੀ ਗੱਲ ਹੈ, ਨੌਨ ਕਰੰਟ ਵਰਡ ਯੂਜ਼ ਕੀਤਾ ਹੋਇਆ ਵੀ ਉਹ ਚੀਜ਼ਾਂ ਜਿਨ੍ਹਾਂ ਦਾ ਲਾਈਫ ਪੀਰੀਅਡ ਤੁਸੀਂ 1 ਸਾਲ ਤੋਂ ਵੱਧ ਯੂਜ਼ ਕਰਦੇ ਹੋ। ਫਿਕਸਡ ਐਸਿਡ ਕੀ, ਜਿਵੇਂ ਕਿ ਪਲਾਂਟ ਮਸ਼ੀਨਰੀ, ਬਿਲਡਿੰਗ, ਇਹ ਕੋਈ 1 ਸਾਲ ਵਾਸਤੇ ਥੋੜ੍ਹੀ ਖਰੀਦਦੇ ਹੋ, ਤੁਸੀਂ ਲੰਬੇ ਟਾਈਮ ਲਈ ਖਰੀਦਦੇ ਹੋ। ਤਾਂ ਇਹਨਾਂ ਨੂੰ ਨੌਨ ਕਰੰਟ ਦੀ ਕੈਟਾਗਰੀ 'ਚ ਰੱਖ ਕੇ ਫਿਕਸਡ ਐਸਿਡ ਦੇ ਲਈ ਨੋਟ ਨੰਬਰ E ਅਸੀਂ ਰੈਡੀ ਕੀਤਾ ਸੀ, ਜਿਹਦੇ ਵਿੱਚ ਕਿ ਸਾਰੀਆਂ ਡੈਪਰੀਸੀਏਸ਼ਨ ਔਰ ਉਹਨਾਂ ਦੀ ਨਵੀਂ ਐਡੀਸ਼ਨ ਦੀ ਗੱਲ ਕੀਤੀ ਗਈ ਸੀ। ਉਹ ਤੁਸੀਂ 15 ਲੱਖ ਦੀ ਵੈਲਿਊ ਜਿਹੜੀ ਆਪਣੀ ਇਹਦੇ 'ਚ ਨੋਟ ਕਰ ਲਓਗੇ। ਕਰੰਟ ਐਸਿਡ ਜਿਨ੍ਹਾਂ ਦਾ ਲਾਈਫ ਪੀਰੀਅਡ 1 ਸਾਲ ਲਈ ਹੁੰਦਾ ਹੈ। ਇਨਵੈਂਟਰੀਜ਼ ਬੇਟੇ ਹੁੰਦਾ ਤੁਹਾਡੇ ਕੋਲ ਐਜ਼ ਆ ਸਟਾਕ, ਕਲੋਜ਼ਿੰਗ ਸਟਾਕ ਜਿਹਨੂੰ ਤੁਸੀਂ ਕਹਿੰਦੇ ਹੋ ਨਾ, ਉਹ ਤੁਹਾਡੀ ਇਨਵੈਂਟਰੀ ਹੀ ਹੁੰਦੀ ਹੈ। ਤਾਂ 2 ਲੱਖ ਦੀ ਤੁਸੀਂ ਜੋ ਹੈ ਆਪਣੀ ਐਜ਼ ਆ ਇਨਵੈਂਟਰੀ, ਜਿਹਨੂੰ ਕਿ ਕਲੋਜ਼ਿੰਗ ਸਟਾਕ ਵੀ ਕਿਹਾ ਜਾਂਦਾ ਹੈ, ਉਸ ਵੈਲਿਊ ਨੂੰ ਨੋਟ ਕਰ ਲਿਆ। ਟਰੇਡ ਰਿਸੀਵੇਬਲ ਦੇ ਲਈ ਤੁਸੀਂ ਨੋਟ ਨੰਬਰ F ਬਣਾਇਆ ਹੋਇਆ ਸੀ, ਜੋ ਤੁਸੀਂ ਪਿੱਛੇ ਦੇਖ ਚੁੱਕੇ ਹੋ, ਉਸ ਦੀ ਵੈਲਿਊ ਨੂੰ ਨੋਟ ਕਰ ਲਿਆ। ਕੈਸ਼ ਐਂਡ ਕੈਸ਼ ਇਕੁਇਲੈਂਟ, ਇਹ ਤੁਹਾਨੂੰ ਤੁਹਾਡੇ ਟ੍ਰਾਇਲ ਬੈਲੈਂਸ ਦੇ ਵਿੱਚ ਜਿੰਨੀ ਵੈਲਿਊ ਦਿੱਤੀ ਹੋਈ ਸੀ, ਤੁਸੀਂ ਉਸੇ ਨੂੰ ਹੀ ਐਜ਼ ਇਟ ਇਜ਼ ਕੈਸ਼ ਐਟ ਬੈਂਕ ਦੇ ਨਾਮ ਨਾਲ ਟ੍ਰਾਇਲ ਬੈਲੈਂਸ 'ਚ ਮੈਂਸ਼ਨ ਹੈ ਵੈਲਿਊ 57,000 ਤੁਸੀਂ ਨੋਟ ਕਰ ਲਿਆ। ਸ਼ਾਰਟ ਟਰਮ ਐਂਡ ਲੋਨ ਐਡਵਾਂਸਿਸ ਦੀ ਇੱਕ ਚੌਥਾ ਜੋ ਕਾਲਮ ਬਣਦਾ ਤੁਹਾਡੇ ਕੋਲ G ਨੰਬਰ ਨੋਟ ਦੇ ਨਾਲ, ਉਸ ਨੂੰ ਐਡਵਾਂਸ ਟੈਕਸਿਸ ਮੈਂ ਉਹਦੇ 'ਚ ਲਿਖਿਆ ਸੀ, ਅਤੇ ਇਸ ਨੋਟ ਦਾ ਟੋਟਲ 35,000 ਇੱਥੇ ਐਸਿਡ ਸਾਈਡ ਦੇ ਵਿੱਚ ਲਿਖ ਕੇ ਐਸਿਡ ਸਾਈਡ ਦੇ ਦੋਨਾਂ ਹੈਡਸ ਦੀਆਂ, ਦੋਨਾਂ ਪੁਆਇੰਟਸ ਦੀਆਂ ਟੋਟਲ ਮੈਂ ਕੈਲਕੂਲੇਟ ਕੀਤਾ, ਉਹ ਵੀ ਆਨਸਰ 22,82,000 ਸਾਡੇ ਕੋਲ ਆ ਗਿਆ। ਔਰ ਤੁਹਾਡਾ ਕੁਐਸਚਨ ਉਸੇ ਟਾਈਮ ਹੀ ਐਂਡ ਮੰਨਿਆ ਜਾਂਦਾ ਜਦੋਂ ਤੁਹਾਡੀ ਲਾਇਬਿਲਿਟੀ ਔਰ ਐਸਿਡ ਦਾ ਟੋਟਲ ਇਕੁਅਲ ਆ ਜਾਏ। ਠੀਕ ਹੈ ਰਾਜੇ, ਤਾਂ ਇਹ ਸੀ ਤੁਹਾਡੇ ਕੋਲ ਫਾਈਨਲ ਅਕਾਊਂਟ ਆਫ ਕੰਪਨੀਜ਼ ਅਕੋਰਡਿੰਗ ਟੂ ਸੈਕਸ਼ਨ 4 ਆਫ ਕੰਪਨੀਜ਼ ਐਕਟ 2015। ਠੀਕ ਹੈ, ਤਾਂ ਇਸ ਫਾਰਮੈਟ ਦੇ ਨਾਲ ਤੁਸੀਂ ਆਪਣੇ ਫਾਈਨਲ ਅਕਾਊਂਟ ਦੇ ਕੁਐਸਚਨਸ ਨੂੰ ਜਿਹੜਾ ਹੈ ਪੂਰਾ ਕਰਨਾ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਬਹੁਤ ਪਸੰਦ ਆਈ ਹੋਵੇਗੀ ਔਰ ਤੁਸੀਂ ਇਸ ਕੁਐਸਚਨ ਨੂੰ ਔਰ ਇਸ ਟੌਪਿਕ ਨੂੰ ਬੜੇ ਅੱਛੇ ਤਰੀਕੇ ਨਾਲ ਸਮਝ ਚੁੱਕੇ ਹੋਵੋਗੇ। ਥੈਂਕ ਯੂ ਸੋ ਮਚ।